God bless you. Praise the Lord. ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਦਾ ਆਪਾਂ ਫੇਰ ਧੰਨਵਾਦ ਤੇ ਸ਼ੁਕਰ ਕਰਦੇ ਹਾਂ ਕਿਉਂਕਿ ਹਰ ਰੋਜ਼ ਸਾਨੂੰ ਉਹਦੀ ਵਡਿਆਈ ਦੇ ਵਿੱਚ ਰਹਿਣਾ ਚਾਹੀਦਾ, ਧੰਨਵਾਦ ਦੇ ਵਿੱਚ ਰਹਿਣਾ ਚਾਹੀਦਾ ਹੈ Amen. ਕਿਉਂਕਿ ਉਹ ਚੰਗਾ ਤੇ ਭਲਾ ਪਰਮੇਸ਼ਰ ਹੈ That's right. ਤੇ ਉਹ ਸਾਡੇ ਵਰਗਿਆਂ ਤੇ ਜਿਹੜੇ ਨਿਕੰਮੇ ਹੀ ਸੀਗੇ ਤੇ ਪਰਮੇਸ਼ਰ ਨੇ ਉਹਨਾਂ ਨੂੰ ਵੀ ਪਿਆਰ ਕੀਤਾ ਤੇ ਉਹਨਾਂ ਨੂੰ ਵੀ ਰੂੜੀ ਤੋਂ ਚੱਕ ਕੇ ਆਪਣੇ ਸਿਆਸਨ ਦੇ ਨਾਲ ਬਿਠਾ ਲਿਆ। Amen. ਸੋ ਆਪਣੇ ਲਈ ਬਹੁਤ ਵੱਡੀ ਉਹਨਾਂ ਨੇ ਕੁਰਬਾਨੀ ਦਿੱਤੀ ਤਾਂ ਕਿ ਸਾਡਾ ਟੁੱਟਾ ਰਿਸ਼ਤਾ ਪਿਤਾ ਦੇ ਨਾਲ ਫਿਰ ਜੁੜ ਸਕੇ। ਤੁਸੀਂ ਕਹਿਣਾ ਇਹ ਬਾਰ-ਬਾਰ ਇਹ ਕਹਿੰਦੇ ਟੁੱਟਾ ਰਿਸ਼ਤਾ, ਕਿਉਂਕਿ ਸੱਚੀ ਆ ਜੇ ਉਹ ਟੁੱਟਾ ਰਿਸ਼ਤਾ ਨਾ ਜੁੜਦਾ ਤਾਂ ਅਸੀਂ ਪਿਤਾ ਨੂੰ ਪਿਤਾ ਨਹੀਂ ਕਹਿ ਸਕਦੇ ਸੀ। ਕਿਹੜੇ ਪਿਤਾ ਨੂੰ? ਜਿਹੜੇ ਸਵਰਗਾਂ ਦੇ ਵਿੱਚ ਪਿਤਾ ਹੈ। Amen. Amen. ਸੋ ਇਸ ਕਰਕੇ ਸਾਨੂੰ ਬਾਰ-ਬਾਰ ਉਹਦਾ ਧੰਨਵਾਦ ਕਰਨ ਦੀ ਲੋੜ ਆ। ਜਦੋਂ ਅਸੀਂ ਕਿਸੇ ਗੱਲ ਬਾਰੇ ਧੰਨਵਾਦ ਕਰਦੇ ਹਾਂ, ਇੱਕ ਚੀਜ਼ ਮੇਰੇ ਦਿਮਾਗ 'ਚ ਆਉਂਦੀ ਆ ਜਾਂ ਦਿਲ 'ਚ ਆ ਰਹੀ ਆ ਕਿ ਅਸੀਂ ਹੰਕਾਰ ਤੋਂ ਬਚੇ ਰਹਿੰਦੇ ਹਾਂ। That's right. ਕਾਹਤੇ? ਕਰਕੇ ਅਸੀਂ ਆਪਣੀ ਕਾਰਨੀਆਂ ਤੋਂ ਨਹੀਂ ਬਚਾਏ ਗਏ। ਕਾਰਨੀਆਂ ਤੋਂ ਅਸੀਂ ਕੁਛ ਵੀ ਨਹੀਂ ਕਰ ਸਕੇ, ਸਾਡੇ ਕੰਮਾਂ ਦੇ ਰਾਹੀਂ ਨਹੀਂ, ਪਰ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਜਿੱਥੇ ਵੀ ਅੱਜ ਆਪਾਂ ਹੈਗੇ ਆ, ਜੋ ਕੁਛ ਵੀ ਆਪਣੇ ਕੋਲ ਹੈਗਾ ਆ, ਧੀਆਂ ਪੁੱਤ ਹੋਣ, ਚਾਹੇ ਧਨ ਹੋਵੇ, ਚਾਹੇ ਮੁਕਤੀ ਆ, ਉਹ ਸਭ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੀ ਆਪਾਂ ਨੂੰ ਮਿਲਿਆ, ਉਹਦੀ ਕਿਰਪਾ ਦੇ ਰਾਹੀਂ। ਆਮੇਨ। ਸੋ ਆਪਾਂ ਇੱਦਾਂ ਜਦੋਂ ਕਿਸੇ ਚੀਜ਼ ਦਾ ਧੰਨਵਾਦ ਕਰਦੇ ਹਾਂ, ਆਪਣੇ ਆਪ ਦੀ ਪਛਾਣ ਕਰਦੇ ਕਿ ਅਸੀਂ ਕੌਣ ਸੀਗੇ ਤੇ ਕੌਣ ਹੁਣ ਬਣ ਗਏ ਆ, ਤਾਂ ਅਸੀਂ ਹਲੀਮੀ ਦੇ ਵਿੱਚ ਰਹਿ ਸਕਦੇ ਹਾਂ। ਹੰਕਾਰ ਸਾਡੇ ਤੋਂ ਜਾਂਦਾ ਰਹਿੰਦਾ ਹੈ। ਪਰ ਜੇ ਅਸੀਂ ਸੋਚਦੇ ਅਸੀਂ ਤਾਂ ਬਹੁਤ ਇੱਦਾਂ ਆ ਉੱਦਾਂ ਆ, ਫਿਰ ਸਾਡੇ ਵਿੱਚ ਬੈਰੀ ਹੰਕਾਰ ਵੀ ਪਾ ਕੇ ਲੈ ਆਉਂਦਾ ਹੈ। ਸੋ ਆਪਾਂ ਬਚਣ ਦੀ ਖਾਤਰ ਹੰਕਾਰ ਦੀ ਤੇ ਪਰਮੇਸ਼ਰ ਦਾ ਹੁਕਮ ਵੀ ਆ ਕਿ ਮੇਰੇ ਦਰਬਾਰ ਦੇ ਵਿੱਚ ਧੰਨਵਾਦ ਕਰਦੇ ਹੋਏ ਤੁਸੀਂ ਆਵੋ। ਆਮੇਨ। ਸੋ ਆਪਾਂ ਦੋਨੇ ਚੀਜ਼ਾਂ ਨੂੰ ਖਿਆਲ ਰੱਖਦੇ ਹਾਂ ਤੇ ਪ੍ਰਭੂ ਦੀ ਕਿਰਪਾ ਵਾਸਤੇ ਧੰਨਵਾਦ ਕਰਦੇ ਹਾਂ ਜਿਸ ਜੀਵਨ ਵਾਸਤੇ ਜਿਹੜਾ ਅੱਜ ਫਿਰ ਇੱਕ ਜੀਵਨ ਦਿੱਤਾ। ਬਹੁਤ ਸਾਰੇ ਆਪਣੇ ਲੋਕ ਹੈਗੇ ਆ, ਭੈਣ ਭਰਾ, ਨੌਜਵਾਨ ਬੱਚੇ ਹੈਗੇ ਆ ਤੇ ਜਿਹੜੇ ਬਹੁਤ ਸਕਸੈਸਫੁਲ ਐ ਇਸ ਜੀਵਨ ਦੇ ਵਿੱਚ, ਪਰ ਉਹਨਾਂ ਦੇ ਜੀਵਨ ਦੇ ਵਿੱਚ ਜੇ ਪ੍ਰਭੂ ਯਿਸੂ ਮਸੀਹ ਨਹੀਂ ਹੈਗਾ ਤੇ ਸਭ ਕੁਝ ਖਾਲੀ ਆ। ਆਮੇਨ। ਕਿਉਂਕਿ ਪ੍ਰਭੂ ਦੇ ਕੋਲ ਕੋਈ ਵੀ ਧਨ ਗਾਹਾਂ ਨਹੀਂ ਜਾਣਾ, ਸਿਰਫ ਆਪਣੀ ਆਤਮਾ ਜਾਣੀ ਹੈ। ਸੋ ਤਾਂ ਆਤਮਾ ਦੇ ਵਿੱਚ ਆਪਾਂ ਨੂੰ ਬਹੁਤ ਅਮੀਰ ਬਣਨ ਦੀ ਲੋੜ ਆ ਤੇ ਉਹ ਅਸੀਂ ਕਿਰਪਾ ਦੇ ਰਾਹੀਂ ਬਣ ਸਕਦੇ ਹਾਂ। ਤੇ ਜੇ ਆਪਣੇ ਕੋਲ ਚੰਗੇ ਪੈਸੇ ਹੈਗੇ ਆ, ਘਰ-ਬਾਰ ਚੰਗੇ ਹੈਗੇ ਆ, ਉਹ ਵੀ ਪਰਮੇਸ਼ਰ ਦੀ ਕਿਰਪਾ ਆ ਕਿਉਂਕਿ ਉਹਨਾਂ ਨੇ ਆਪਾਂ ਨੂੰ ਚੰਗਾ ਸਰੀਰ ਦਿੱਤਾ, ਬਹੁਤ ਦਿੱਤੀ ਆ, ਅਕਲ ਦਿੱਤੀ ਆ ਤੇ ਅਸੀਂ ਉਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਆਮੇਨ। ਸੋ ਕੁਛ ਰੋਂਗ ਨਹੀਂ ਹੈਗਾ, ਆਪਾਂ ਅਮੀਰ ਹੋ ਸਕਦੇ ਹਾਂ, ਆਪਾਂ ਗਰੀਬ ਹੋ ਸਕਦੇ ਹਾਂ, ਪਰ ਪ੍ਰਭੂ ਦੇ ਨਾਲ ਰਹਿਣਾ ਹੈ ਸਾਰੇ ਨਾਲੋਂ ਵੱਡੀ ਖਾਸ ਜ਼ਰੂਰਤ ਹੀ ਹੈ। Amen. ਸੋ ਆਪਾਂ ਪ੍ਰਭੂ ਜੀ ਦਾ ਫੇਰ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿੰਨੇ ਵੀ ਤੁਸੀਂ ਅੱਜ ਜੁੜੇ ਆ, ਤੁਹਾਡਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਕਰਕੇ। ਸੱਚੀ ਮੁੱਚੀ ਇਹ ਇੱਕ ਆਪਣੇ ਲਈ ਬਹੁਤ ਸੋਹਣਾ ਮੌਕਾ ਹੁੰਦਾ ਹੈ ਜਿੱਥੇ ਆਪਾਂ ਬੈਠ ਕੇ ਪਰਮੇਸ਼ਰ ਦੇ ਵਚਨ ਨੂੰ ਫੇਰ ਘਰਾਂ ਦੇ ਵਿੱਚ ਬੈਠ ਕੇ, ਕਿਤੇ ਜਾਣਾ ਨਹੀਂ ਪੈਣਾ। ਘਰਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਨੇ ਆਪਣੇ ਲਈ ਇੱਕ ਸਾਧਨ ਬਣਾਤਾ ਤੇ ਉਹਦੇ ਰਾਹੀਂ ਆਪਾਂ ਦੇਖ ਸਕਦੇ ਹਾਂ। ਘਰਾਂ ਦੇ ਵਿੱਚ ਬੈਠ ਕੇ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਸੁਣ ਸਕਦੇ ਹਾਂ ਤੇ ਆਪਣੇ ਜੀਵਨਾਂ ਦੇ ਵਿੱਚ ਉਹਦਾ ਅਸਰ ਪ੍ਰਭਾਵ ਲੈ ਸਕਦੇ ਹਾਂ। ਆਮੇਨ। ਕਿਉਂਕਿ ਬਚਨਾਂ ਦੇ ਨਾਲ, ਪਰਮੇਸ਼ਰ ਦੇ ਬਚਨਾਂ ਦੇ ਨਾਲ ਸਾਡਾ ਜੀਵਨ ਬਦਲ ਜਾਂਦਾ ਹੈ। ਜੇ ਤੁਸੀਂ ਅੱਜ ਬਚਨ ਕਬੂਲ ਕਰਦੇ ਆ ਤੇ ਤੁਹਾਡਾ ਵੀ ਜੀਵਨ ਬਦਲ ਜਾਣਾ ਹੈ। ਜੇ ਤੁਸੀਂ ਅੱਜ ਬਚਨ ਕਬੂਲ ਕਰਦੇ ਆ, ਤੁਹਾਡੇ ਸਰੀਰਾਂ ਦੇ ਵਿੱਚ ਸ਼ਾਂਤੀ, ਸ਼ਿਫਾ ਆ ਜਾਣੀ ਹੈ, ਮੁਕਤੀ ਆ ਜਾਣੀ ਹੈ, ਟੁੱਟੇ ਦਿਲ ਜੁੜ ਜਾਣੇ, ਟੁੱਟੇ ਰਿਸ਼ਤੇ ਜੁੜ ਸਕਦੇ ਆ। ਪਰ ਸਾਨੂੰ ਉਹਦੇ ਬਚਨਾਂ ਨੂੰ ਕਬੂਲ ਕਰਨ ਦੀ ਲੋੜ ਆ। ਬਚਨ ਸਾਨੂੰ ਬਦਲ ਦਿੰਦਾ ਹੈ। ਆਮੇਨ। ਸੋ ਅਸੀਂ ਫੇਰ ਤੁਹਾਡੇ ਮੂਹਰੇ ਰਿਕੁਐਸਟ ਕਰਦੇ ਹਾਂ ਕਿਉਂਕਿ ਇਹ ਬਚਨ ਬਦਲਦਾ ਹੈ ਲੋਕਾਂ ਦੇ ਜੀਵਨਾਂ ਦੇ ਵਿੱਚ। ਬਹੁਤ ਭਾਵੇਂ ਅਮੀਰ ਵਾ, ਗਰੀਬ ਵਾ, ਪਰ ਬਹੁਤ ਘਸਮਾਨ ਬੈਰੀ ਨੇ ਪਾਇਆ ਆ। ਸੋ ਤੁਸੀਂ ਵੀ ਇਸ ਬਚਨ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨ ਵਾਸਤੇ ਲਿੰਕ ਜ਼ਰੂਰ ਭੇਜੋ ਤਾਂ ਕਿ ਕਿਸੇ ਨਾ ਕਿਸੇ ਦੀ ਅੱਜ ਮਦਦ ਹੋ ਸਕੇ। ਇੱਦਾਂ ਦਿਲ ਨਹੀਂ ਹਾਰਨਾ ਕਿ ਮੈਂ ਭੇਜਦੀ ਹਾਂ ਉਹ ਰਿਸਪੌਂਡ ਨਹੀਂ ਕਰਦੇ, ਭਾਵੇਂ ਉਹ ਰਿਸਪੌਂਡ ਕਰਨ ਜਾਂ ਨਾ ਕਰਨ, ਕਿਤੇ ਨਾ ਕਿਤੇ ਪਰਮੇਸ਼ਰ ਨੇ ਉਹਨਾਂ ਦੇ ਦਿਲ ਨਾਲ ਗੱਲ ਕਰ ਲੈਣੀ ਆ
ਤੇ ਉਹ ਤੁਹਾਡੀ ਮਿਹਨਤ ਥੋਥੀ ਨਹੀਂ ਜਾਣੀ। Amen. ਤੇ ਜ਼ਰੂਰ ਪ੍ਰਭੂ ਨੇ ਉਹਨਾਂ ਨੂੰ ਉਸ ਬਚਨ ਬਾਰੇ ਦੱਸਣਾ ਆ। ਸੋ ਜ਼ਰੂਰ ਤੁਸੀਂ ਆਪਣਾ ਦਿਲ ਨਹੀਂ ਹਾਰਨਾ, ਮਿਹਨਤ ਥੋਥੀ ਨਹੀਂ ਜਾਂਦੀ, ਤੇ ਜ਼ਰੂਰ ਤੁਸੀਂ ਆਪਣੀ ਮਿਹਨਤ ਦਾ ਫਲ ਵੀ ਲੈਣਾ ਆ। ਪ੍ਰਭੂ ਨੇ ਆਪਾਂ ਨੂੰ ਫਲ ਦੇਣਾ ਆ, ਕਿਉਂਕਿ ਪ੍ਰਭੂ ਜੀ ਦੱਸਦੇ ਆ ਕਿ ਤੁਹਾਡੀ ਮਿਹਨਤ ਵਿਅਰਥ ਨਾ ਜਾਊਗੀ। ਸੋ ਜੇ ਆਪਾਂ ਕਿਸੇ ਨੂੰ ਵੀ ਪਿਆਰ ਕਰਦੇ ਆ, ਕਿਸੇ ਦੇ ਬਾਰੇ ਵੀ ਸਾਡੇ ਦਿਲਾਂ ਦੇ ਵਿੱਚ ਇਸ ਵੇਲੇ ਫਿਕਰ ਆ ਜਾਂ ਸਾਨੂੰ ਪਤਾ ਆ ਕਿ ਉਹਨਾਂ ਨੂੰ ਲੋੜ ਆ, ਤੇ ਤੁਸੀਂ ਇਹ ਲਿੰਕ ਜ਼ਰੂਰ ਸ਼ੇਅਰ ਕਰੋ, ਤੇ ਜਿਹੜੇ ਪਿਛਲੇ ਲਿੰਕ ਆ ਉਹਨਾਂ ਦੇ ਨਾਲ ਵੀ ਉਹ ਗੱਲਬਾਤ ਕਰ ਸਕਦੇ ਆ। Yeah. ਸੋ ਲਿੰਕ ਸ਼ੇਅਰ ਕਰਨਾ ਤੁਹਾਡੇ ਹੱਥ ਵਿੱਚ ਆ, ਸਾਡੇ ਹੱਥ ਵਿੱਚ ਆ। ਬਹੁਤ ਸੌਖਾ ਰਾਹ ਬਣਾ ਦਿੱਤਾ ਹੈ ਪਰਮੇਸ਼ਰ ਨੇ। ਸੋ ਆਪਾਂ ਇੱਕ ਬਟਨ ਹੀ ਦੱਬਣਾ ਤੇ ਲਿੰਕ ਚੱਲ ਜਾਣਾ, ਤੇ ਅਗਲੇ ਦੇ ਕੋਲ ਚੋਣ ਹੋਣੀ, ਉਹ ਕਹਿ ਨਹੀਂ ਸਕਦੇ ਵੀ ਮੈਨੂੰ ਤੁਸੀਂ ਦੱਸਿਆ ਨਹੀਂ ਸੀਗਾ। ਤੇ ਜ਼ਰੂਰ ਪ੍ਰਭੂ ਉਸ ਬਚਨ ਦੇ ਉੱਤੇ ਬਰਕਤ ਦੇਊਗਾ। ਸੋ ਆਜੋ ਆਪਾਂ ਹੁਣ ਥੋੜੀ ਜਿਹੀ ਬਾਈਬਲ ਰੀਡ ਕਰਦੇ ਹਾਂ, ਤੇ ਜਿੰਨੇ ਵੀ ਤੁਸੀਂ ਜੁੜੇ ਆ, ਤੁਸੀਂ ਆਪਣੇ ਬਚਨ, ਮੈਂ ਸ਼ੋਰ ਭਰੋਸਾ ਰੱਖਦੀ ਹਾਂ ਕਿ ਬਚਨ ਲੈ ਕੇ ਬੈਠੇ ਹੋਵੋਗੇ ਬਾਈਬਲ। ਤੇ ਇਸ ਬਾਈਬਲ ਦੇ ਵਿੱਚ ਤਾਂ ਇੱਕ ਚੀਜ਼ ਇਹ ਵੀ ਆ ਕਿ ਜਦੋਂ ਬਹਿੰਦੇ ਹੁੰਦੇ ਪੈਨ ਤਾਂ ਪੇਪਰ ਵੀ ਲੈ ਕੇ ਬੈਠਿਆ ਕਰੋ। ਕਈ ਵਾਰੀ ਆਪਾਂ ਸੋਚਦੇ ਹੁੰਦੇ ਮੈਨੂੰ ਆਹ ਚੀਜ਼ ਚੇਤੇ ਰਹਿ ਜਾਣੀ ਆ, ਕਈ ਵਾਰੀ ਚੇਤੇ ਨਹੀਂ ਰਹਿੰਦੀ। ਜੇ ਲਿਖੀ ਹੋਈ ਆ ਤਾਂ ਅਸੀਂ ਉਹਨੂੰ ਮੁੜ ਕੇ ਦੇਖ ਸਕਦੇ ਹਾਂ। ਮੈਨੂੰ ਪਤਾ ਇੰਟਰਨੈਟ ਤੇ ਆਪਾਂ ਮੁੜ ਕੇ ਸੁਣ ਵੀ ਸਕਦੇ ਹਾਂ, ਪਰ ਕਈ ਵਾਰੀ ਆਪਾਂ ਇੰਟਰਨੈਟ ਤੇ ਕਹਿੰਦੇ ਹੁਣ ਮਗਰੋਂ ਕਰ ਲੂੰਗੀ ਜਾਂ ਕਿੱਥੇ ਇੱਕ ਸੀ ਟੋਲਣੀ ਆ, ਪਰ ਜੇ ਆਪਾਂ ਨੂੰ ਕੋਈ ਖਾਸ ਚੀਜ਼ ਲੱਗਦੀ ਆ, ਖਾਸ ਗੱਲ ਸਾਡੇ ਨਾਲ ਪ੍ਰਭੂ ਦਾ ਆਤਮਾ ਕਰਦਾ ਆ, ਤੇ ਉਸੇ ਵੇਲੇ ਉਹਦਾ ਨੋਟ ਬਣਾ ਲੈਣਾ ਚਾਹੀਦਾ ਆ, ਤੇ ਉਹ ਬਹੁਤ ਬੈਨੀਫਿਟ ਹੁੰਦਾ ਹੈ। Yeah. ਆਮੇਨ। Yeah. Amen. ਸੋ ਯਹੋਨਾ ਜਿਹੜਾ ਨਿਊ ਟੈਸਟਮੈਂਟ ਦੇ ਵਿੱਚ ਆ, Yep. ਜੌਨ ਗੋਸਪਲ ਉਹਦਾ ਚੈਪਟਰ 3 ਤੇ 1 ਤੋਂ ਲੈ ਕੇ 13 ਆਇਤ ਤੱਕ ਪੜਾਂਗੇ। Amen. Gospel Good. John chapter 3, we're going to start reading verse 1 until 13. Yep. ਪ੍ਰਭੂ ਅਤੇ ਨਿਕੋਦੇਮਸ। ਫਰੀਸੀਆਂ ਵਿੱਚੋਂ ਨਿਕੋਦੇਮਸ ਨਾਮ ਦਾ ਇੱਕ ਮਨੁੱਖ, ਯਹੂਦੀਆਂ ਦਾ ਇੱਕ ਸਰਦਾਰ ਸੀ। ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸੁਆਮੀ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ। ਆਮੇਨ। ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਹਦੇ ਨਾਲ ਨਾ ਹੋਵੇ। Yep. ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਨਿਕੋਦੇਮਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕੀ ਕਰ ਜੰਮ ਸਕਦਾ ਹੈ? ਕੀ ਇਹ ਹੋ ਸਕਦਾ ਹੈ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਜੀ ਵਾਰ ਜਾਵੇ ਅਤੇ ਜੰਮੇ? ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਔਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ। Amen. ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ। ਅਚਰਜ ਨਾ ਮੰਨੀ ਜੋ ਮੈਂ ਤੈਨੂੰ ਆਖਿਆ ਕਿ ਤੁਹਾਨੂੰ ਨਵੇਂ ਸਿਰੇ ਜੰਮਣਾ ਜ਼ਰੂਰ ਹੈ। ਭੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹਦੀ ਆਵਾਜ਼ ਸੁਣਦਾ ਹੈ, ਪਰ ਇਹ ਨਹੀਂ ਜਾਣਦਾ ਜੋ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਆ। ਹਰ ਕੋਈ ਜੋ ਆਤਮਾ ਤੋਂ ਜੰਮਿਆ ਸੋ ਇਹੋ ਜਿਹਾ ਹੀ ਹੈ। ਨਿਕੋਦੇਮਸ ਨੇ ਉਸ ਨੂੰ ਉੱਤਰ ਦਿੱਤਾ, ਇਹ ਗੱਲਾਂ ਕੀ ਕਰ ਹੋ ਸਕਦੀਆਂ ਹਨ? ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਤੂੰ ਇਸਰਾਇਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ। ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋ ਹੀ ਕਹਿੰਦੇ ਹਾਂ ਅਤੇ ਜੋ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ, ਔਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ। ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦਸੀਆਂ ਅਤੇ ਤੁਸੀਂ ਪ੍ਰਤੀਤ ਨਾ ਕੀਤੀ, ਫਿਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕੀ ਕਰ ਪ੍ਰਤੀਤ ਕਰੋਗੇ? ਸਵਰਗ ਨੂੰ ਕੋਈ ਨਹੀਂ ਚੜਿਆ ਪਰ ਉਹ ਜਿਹੜਾ ਸਵਰਗੋਂ ਉਤਰਿਆ, ਅਰਥਾਤ ਮਨੁੱਖ ਦਾ ਪੁੱਤਰ। Amen. ਆਮੇਨ। ਪ੍ਰਭੂ ਇਸ ਬਚਨ ਦੇ ਉੱਤੇ ਬਰਕਤ ਦੇਵੇ ਤੇ ਬਲੈਸ ਕਰੇ, ਆਪਣੇ ਸਮਝ ਸਾਨੂੰ ਦੇਵੇ। ਤੇ ਅੱਜ ਆਪਾਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਆਪਾਂ ਨੂੰ ਬਚਨਾਂ ਦੇ ਉੱਤੇ
ਸਮਝ ਦੇਵੇ ਕਿ ਆਪਾਂ ਕਿੱਦਾਂ ਉਹਨੂੰ ਸਮਝ ਸਕਦੇ, ਸੁਣ ਸਕਦੇ, ਆਪਣੇ ਜੀਵਨ ਵਿੱਚ ਕਿੱਦਾਂ ਵਰਤ ਸਕਦੇ। ਮੈਂ ਇੱਥੇ ਪ੍ਰਾਰਥਨਾ ਤੋਂ ਪਹਿਲਾਂ ਇੱਕ ਚੀਜ਼ ਗੱਲ ਕਹਿਣ ਲੱਗੀ, ਬਚਨ ਦੀ ਨੌਲੇਜ ਸਾਡੇ ਕੋਲ ਬਹੁਤ ਹੋ ਸਕਦੀ ਹੈ। ਅਸੀਂ ਬਚਨ ਨੂੰ ਬਹੁਤ ਵਾਰੀ ਸੁਣ ਸਕਦੇ ਹਾਂ ਤੇ ਬਹੁਤ ਜ਼ਰੂਰੀ ਆ ਉਹਦਾ ਬਚਨ ਸੁਣਨਾ, ਬਹੁਤ ਜ਼ਰੂਰੀ ਆ ਬਚਨ ਦੀ ਨੌਲੇਜ ਹੋਣੀ। ਪਰ ਤੀਸਰੀ ਚੀਜ਼ ਵੀ ਬਹੁਤ ਜ਼ਿਆਦਾ ਖਾਸ ਜ਼ਰੂਰਤ ਵਾ, ਉਹ ਤੋਂ ਬਗੈਰ ਉਹ ਪੂਰਾ ਨਹੀਂ ਹੁੰਦਾ। ਉਹ ਕੀ ਆ? ਉਹਦੀ ਪਾਲਣਾ ਕਰਨੀ, ਉਹਦੇ ਆਖੇ ਲੱਗਣਾ। ਜੋ ਬਚਨ ਸਾਨੂੰ ਕਹਿੰਦਾ, ਜੋ ਅਸੀਂ ਸੁਣਿਆ, ਜਿਹੜੀ ਸਾਨੂੰ ਨੌਲੇਜ ਆ ਗਈ ਆ, ਹੁਣ ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵਰਤਣਾ, ਫਿਰ ਹੀ ਲਾਭਦਾਇਕ ਆ। ਸੁਣਨ ਦੇ ਨਾਲ ਹੀ ਪ੍ਰਤੀਤ ਹੁੰਦੀ ਆ, ਸੁਣਨ ਦੇ ਨਾਲ ਨੌਲੇਜ ਵੱਧਦੀ ਆ। ਸੋ ਆਪਾਂ ਜ਼ਰੂਰੀ ਆ ਨੌਲੇਜ ਵੀ ਵਧਾਉਣੀ ਆ, ਸੁਣਨਾ ਵੀ ਆ ਤੇ ਪ੍ਰਤੀਤ ਵੀ ਕਰਨੀ ਆ। ਪਰ ਜੇ ਅਸੀਂ ਉੱਤੇ ਅਮਲ ਨਾ ਕੀਤਾ ਤੇ ਉਹ ਖਾਲੀ ਰਹਿ ਜਾਣਾ ਹੈ। ਸਾਨੂੰ ਆਪਣੇ ਜੀਵਨਾਂ ਦੇ ਵਿੱਚ ਅਮਲ ਕਰਨ ਦੀ ਵੀ ਲੋੜ ਆ। ਆਮੇਨ। ਸੋ ਆ ਜਾਓ ਆਪਾਂ ਪ੍ਰਾਰਥਨਾ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਆਪਣੇ ਦਿਲਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੋਲੀਏ ਤੇ ਖਾਲੀ ਕਰ ਦਈਏ, ਤਾਂ ਕਿ ਅੱਜ ਉਹ ਆਪਣੇ ਨਵੇਂ ਤਰੀਕੇ ਨਾਲ ਸਾਨੂੰ ਭਰ ਦੇਵੇ। ਥੈਂਕ ਯੂ ਪਿਤਾ ਜੀ, ਧੰਨਵਾਦ ਤੁਹਾਡਾ, ਸ਼ੁਕਰ, ਤੁਹਾਡੀ ਵਡਿਆਈ ਕਰਦੇ ਪ੍ਰਭੂ ਜੀ। ਇਸ ਵੇਲੇ ਜਿੰਨੇ ਵੀ ਮੇਰੇ ਭੈਣ ਭਰਾ, ਨੌਜਵਾਨ ਬੱਚੇ, ਜਵਾਨ ਬੱਚੇ, ਕੋਈ ਵੀ ਸਾਡੇ ਨਾਲ ਬਜ਼ੁਰਗ ਜੁੜੇ ਆ, ਅਸੀਂ ਆਪਣੇ ਆਪ ਨੂੰ ਵੀ ਤੇ ਉਹਨਾਂ ਨੂੰ ਵੀ ਤੁਹਾਡੇ ਕ੍ਰੋਸ ਦੇ ਥੱਲੇ ਲੈ ਕੇ ਆਉਂਦੇ, ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਆ। ਔਰ ਜੋ ਵੀ ਸਾਡੇ ਜੀਵਨਾਂ ਦੇ ਵਿੱਚ ਇਸ ਵੇਲੇ ਗਲਤ ਗੱਲਾਂ ਆ ਜਾਂ ਗਲਤ ਸੋਚਾਂ ਆ ਜਾਂ ਤੁਹਾਨੂੰ ਚੀਜ਼ਾਂ ਨਹੀਂ ਪਾਉਂਦੀਆਂ, ਉਹ ਸਾਡੇ ਮਨ ਦੇ ਵਿੱਚ ਆ, ਦਿਮਾਗ ਦੇ ਵਿੱਚ ਆ, ਅਸੀਂ ਉਹਨਾਂ ਸਾਰੀਆਂ ਨੂੰ ਤੁਹਾਡੇ ਕ੍ਰੋਸ ਦੇ ਕੋਲ ਲੈ ਕੇ ਆਉਂਦੇ ਔਰ ਮਾਫੀ ਮੰਗਦੇ ਹਾਂ। ਔਰ ਸਾਡੀ ਮਦਦ ਕਰੋ ਪ੍ਰਭੂ, ਸਾਨੂੰ ਆਜ਼ਾਦ ਕਰੋ। ਔਰ ਐਸੇ ਵੇਲੇ ਪ੍ਰਭੂ ਜੀ ਸਾਨੂੰ ਆਪਣੇ ਪਵਿੱਤਰ ਆਤਮਾ ਦੀ ਹਜ਼ੂਰੀ ਦਿਓ, ਜਿਹਦੇ ਵਿੱਚ ਅਸੀਂ ਭਰਪੂਰ ਹੋ ਕੇ ਤੁਹਾਡੇ ਵਚਨ ਨੂੰ ਸੁਣ ਸਕੀਏ ਤੇ ਸਮਝ ਸਕੀਏ ਤੇ ਉਹਨਾਂ ਤੇ ਅਮਲ ਕਰ ਸਕੀਏ। ਸੱਚਮੁੱਚ ਪ੍ਰਭੂ ਜੀ ਤੁਹਾਡੇ ਵਚਨ ਜਿਹੜੇ ਆ ਉਹ ਸਾਡੇ ਜੀਵਨਾਂ ਨੂੰ ਬਦਲਦੇ ਆ। ਸੋ ਮੈਂ ਮਾਫੀ ਮੰਗਦੀ ਹਾਂ ਆਪਣੇ ਭੈਣ ਭਰਾਵਾਂ ਲਈ, ਆਪਣੇ ਆਪ ਲਈ, ਆਪਣੇ ਪਤੀ ਲਈ, ਤੇ ਤੁਹਾਡੀ ਕਿਰਪਾ ਮੰਗਦੀ ਹਾਂ ਪ੍ਰਭੂ ਕਿ ਅੱਜ ਤੁਸੀਂ ਇਸ ਨਵੇਂ ਦਿਨ ਦੇ ਵਿੱਚ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਤੁਹਾਡੇ ਵਚਨਾਂ ਨੂੰ ਸੁਣ ਕੇ ਉਹਨੂੰ ਅਮਲ ਕਰਕੇ ਤੇ ਉਹਦੇ ਉੱਤੇ ਪ੍ਰਭੂ ਜੀ ਤੁਰਨ ਵਾਲੇ ਬਣ ਸਕੀਏ, ਉਹਨੂੰ ਵਰਤ ਸਕੀਏ। ਆਓ ਪਿਤਾ ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ। ਔਰ ਪ੍ਰਭੂ ਜੀ ਜੋ ਵੀ ਅੱਜ ਬੋਲਿਆ ਜਾਵੇ ਉਹ ਵਚਨ ਤੁਹਾਡੇ ਵੱਲੋਂ ਹੋਵੇ। ਅੱਜ ਜਿਹੜੇ ਵਚਨ ਦੀ ਤੇਰੇ ਲੋਕਾਂ ਨੂੰ ਲੋੜ ਆ, ਉਹੋ ਹੀ ਅੱਖਰ ਤੁਸੀਂ ਪ੍ਰਭੂ ਜੀ ਪਾਸਟਰ ਜੀ ਦੇ ਮੇਰੇ ਮੂੰਹ ਦੇ ਵਿੱਚ ਪਾਉਣੇ, ਕਿ ਕੋਈ ਵੀ ਅੱਖਰ ਅਸੀਂ ਆਪਣੀ ਮਰਜ਼ੀ ਨਾਲ ਨਹੀਂ, ਪਰ ਸਭ ਕੁਝ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਬੋਲ ਸਕੀਏ। ਔਰ ਸਾਨੂੰ ਸਮਝ ਦਿਓ ਪ੍ਰਭੂ ਜੀ ਕਿ ਅਸੀਂ ਸਹੀ ਤਰੀਕੇ ਨਾਲ ਸਮਝ ਸਕੀਏ ਤੇ ਸੁਣ ਸਕੀਏ। ਅਸੀਂ ਇਹ ਸਾਰਾ ਕੁਝ ਪਿਤਾ ਪਰਮੇਸ਼ਰ ਤੋਂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੇਨ। Amen. Amen. Thank you, Father. Praise you, Jesus. Yeah, ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਆਪਾਂ ਇਸ ਬਚਨ ਨੂੰ ਦੇਖਦੇ ਆਏ ਹਾਂ, ਜਿਹਨੂੰ ਮੈਂ ਕਹਿੰਦਾ ਹੈਗਾ ਗੋਡਸ ਪਲਾਨ ਫॉर ਮੈਨ। ਪਰਮੇਸ਼ਰ ਦੀ ਆਦਮੀ ਵਾਸਤੇ ਜਿਹੜੀ ਯੋਜਨਾ ਸੀ, ਕੀ ਪਲਾਨਸ ਪਰਪਸਿਸ ਸੀਗੇ। ਆਹ ਪੰਜਵਾਂ ਮੈਸੇਜ ਆ। ਹੋ ਸਕਦਾ ਆਪਾਂ ਇੱਕ ਹੋਰ ਮੈਸੇਜ ਇਹਦੇ ਵਿੱਚ ਦੇਖਾਂਗੇ, ਸ਼ੇਅਰ ਕਰ ਦੇਵਾਂਗੇ। ਅਤੇ ਇਹਦੇ ਵਿੱਚੋਂ ਆਪਾਂ ਪਹਿਲਾਂ ਦੇਖਦੇ ਸੀਗੇ ਵੀ ਆਦਮੀ ਨੇ, ਪਰਮੇਸ਼ਰ ਨੇ ਕਿਹੜੇ ਕੰਮਾਂ ਵਾਸਤੇ ਬਣਾਇਆ ਸੀਗਾ ਅਤੇ ਕੀ ਪਰਮੇਸ਼ਰ ਆਦਮੀ ਦੇ ਕੋਲੋਂ ਚਾਹੁੰਦਾ ਸੀਗਾ। ਅਤੇ ਫਿਰ ਆਪਾਂ ਦੇਖਦੇ ਸੀ ਵੀ ਕਿੱਦਾਂ ਉਹ ਉੱਤੋਂ ਖੁੰਝ ਗਿਆ, ਕਿੱਦਾਂ ਉਹ ਤੋਂ ਫੋਲ ਹੋ ਗਿਆ, ਕਿੱਦਾਂ ਉਹ ਤੋਂ ਡਿੱਗ ਪਿਆ ਅਤੇ ਕਿੱਦਾਂ ਪਰਮੇਸ਼ਰ ਤੋਂ ਜੁਦਾ ਹੋ ਗਿਆ। ਪਹਿਲਾਂ ਪਰਮੇਸ਼ਰ ਜਦੋਂ ਬਣਾਇਆ ਸੀ ਇਸ ਕੰਮ ਨੂੰ ਨਹੀਂ ਸੀ ਉਹ ਪਰਮੇਸ਼ਰ ਤੋਂ ਕਦੇ ਵੀ ਜੁਦਾ ਹੋ ਸਕੇ। ਹਰ ਵੇਲੇ ਉਹਦਾ ਰਸਤਾ ਪਰਮੇਸ਼ਰ ਦੇ ਨਾਲ ਰਹੇ, ਪਰ ਕਰਕੇ ਉਹਨੇ ਪਾਪ ਕਰ ਲਿਆ, ਉਹ ਤੋਂ ਜੁਦਾ ਹੋ ਗਿਆ ਸੀ। ਅਤੇ ਫਿਰ ਆਪਾਂ ਦੇਖਦੇ ਸੀਗੇ ਬਈ ਮੁੜ ਕੇ ਫਿਰ ਕਿੱਦਾਂ ਪਰਮੇਸ਼ਰ ਦੇ ਨਾਲ ਰਸਤਾ ਬਣ ਸਕਦਾ। ਸੋ ਆਪਾਂ ਦੇਖਿਆ ਸੀ ਕਿੱਦਾਂ ਪਰਮੇਸ਼ਰ ਨੇ ਸ਼ਬਦ ਭੇਜਿਆ ਸੀ ਅਤੇ ਉਹ ਸ਼ਬਦ ਦੇਹਧਾਰੀ ਹੋਇਆ ਅਤੇ ਉਹਨੇ ਜੋ ਕੰਮ ਇੱਥੇ ਕੀਤਾ, ਕਿੱਦਾਂ ਸਾਨੂੰ ਪਰਮੇਸ਼ਰ ਨਾਲ ਜੋੜਿਆ, ਅਤੇ ਉਹਦੇ ਬਾਰੇ ਆਪਾਂ ਸਟੱਡੀ ਕਰਦੇ ਆਏ ਹਾਂ। ਹੁਣ ਆਪਾਂ ਜੋ ਸਟੱਡੀ ਕਰਨੀ ਜਿਹੜੀ ਅੱਜ ਦੀ ਆ, ਉਹ ਇਹ ਆ ਬਈ ਅਸੀਂ ਪ੍ਰੈਕਟੀਕਲੀ ਜਿਹੜੀ ਅਸਲ ਦੇ ਵਿੱਚ ਕਰਨੀ ਆ, ਸਾਨੂੰ ਕੀ ਕਰਨਾ ਪੈਣਾ ਆ ਜੇ ਅਸੀਂ ਉਹੋ ਹੀ ਹਿੱਸਾ ਫੇਰ ਲੈ ਸਕੀਏ ਜਿਹੜਾ ਪਰਮੇਸ਼ਰ ਨੇ ਪਹਿਲਾਂ ਆਦਮ ਨੂੰ ਦਿੱਤਾ ਸੀਗਾ। ਜ਼ਰੂਰ ਉਹ ਅਹੁਦਾ ਮਿਲ ਸਕਦਾ ਅਤੇ ਪਰਮੇਸ਼ਰ ਨੇ ਬਣਾਇਆ ਹੀ ਇੱਦਾਂ ਆ।
ਤੇ ਅਸੀਂ ਉਹ ਪਾ ਸਕਦੇ ਹਾਂ। ਫਿਰ ਅਸੀਂ ਮੁੜ ਕੇ, ਮੈਂ ਹਰੇਕ ਵਾਰੀ ਜਦੋਂ ਆਪਾਂ ਇਹ 5 ਹਫ਼ਤੇ ਇਹਨੂੰ ਪ੍ਰਚਾਰ ਕੀਤਾ, ਮੈਂ ਇਹ 'ਚੋਂ ਦੱਸਦਾ ਸੀਗਾ। ਜੇ ਹੋ ਸਕਦਾ ਤੁਸੀਂ ਨਾ ਸੁਣਿਆ ਹੋਵੇ, ਮੁੜ ਕੇ ਜ਼ਰੂਰ ਉਹ ਮੁੜ ਕੇ ਫਿਰ ਸੁਣ ਲੈਣੀਆਂ। ਫੇਸਬੁੱਕ 'ਤੇ ਆਲ ਨੇਸ਼ਨਸ ਪੰਜਾਬੀ ਫੇਸਬੁੱਕ 'ਤੇ ਸਾਰੀਆਂ ਹੈਗੀਆਂ, YouTube 'ਤੇ ਵੀ ਹੈਗੀਆਂ। ਓਕੇ, ਤੇ ਇੱਥੇ 6 ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਹਰੇਕ ਵਾਰੀ ਦੱਸੀਆਂ, ਜਿਹੜੀਆਂ ਪਰਮੇਸ਼ਰ ਚਾਹੁੰਦਾ ਸੀ ਵੀ ਆਦਮੀ ਕਰੇ, ਤੇ ਆਦਮੀ ਉਹਦੇ ਵਿੱਚ ਤੁਰੇ, ਆਦਮੀ ਉਹਦੇ ਵਿੱਚ ਫਤਿਹਮੰਦ ਹੋਵੇ। ਉਹ ਕਿ ਜੇ ਅਸੀਂ ਇਹ 6 ਨਹੀਂ ਜਾਣਦੇ ਹੈਗੇ ਤੇ ਅਸੀਂ, ਸਾਡੇ ਕੋਲ ਰੋਂਗ ਆਈਡੀਆ ਹੋ ਜਾਂਦਾ, ਸਾਡੀਆਂ ਸੋਚਾਂ ਗਲਤ ਹੋ ਜਾਂਦੀਆਂ, ਸਾਡੇ ਪਲਾਨਸ ਗਲਤ ਹੋ ਜਾਂਦੇ ਆ, ਸਾਡੀ ਸਿੱਖਿਆ ਗਲਤ ਹੋ ਜਾਂਦੀ ਆ। ਕਰਕੇ ਇਹ ਨੀਂਹ ਵਾਲੀਆਂ ਚੀਜ਼ਾਂ ਆ। ਜੇ ਸਾਡੀ ਨੀਂਹ ਨਹੀਂ ਸਹੀ ਰੱਖੀ ਹੈਗੀ ਤੇ ਸਾਡੀਆਂ ਸੋਚਾਂ ਵੀ ਗਲਤ ਹੋ ਜਾਣੀਆਂ ਆ। ਸੋ ਇਹਨੂੰ ਸਹੀ ਰੱਖਣ ਨੂੰ, ਦੇਖਿਓ ਤੁਹਾਡੀਆਂ ਬਹੁਤ ਸੋਚਾਂ ਸਹੀ ਹੋ ਜਾਣੀਆਂ ਜੇ ਤੁਸੀਂ ਆਹ ਚੀਜ਼ਾਂ ਸਿੱਖ ਲਈਆਂ। ਉਹ ਕੀ ਆ? ਪਹਿਲਾਂ ਜਿਹੜੀ ਚੀਜ਼ ਪਰਮੇਸ਼ਰ ਕਹਿੰਦਾ ਸੀਗਾ, ਆਪਾਂ ਪ੍ਰਕਾਸ਼ ਦੀ ਪੋਥੀ ਪਹਿਲੇ ਚੈਪਟਰ ਦੇ ਵਿੱਚ 26 ਆਇਤ ਦੇ ਵਿੱਚ ਪੜ੍ਹਦੇ ਸੀਗੇ, ਉਹ ਇਹ ਸੀਗਾ, ਲੈਟ ਅਸ ਮੇਕ ਮੈਨ ਇਨ ਆਵਰ ਓਨ ਇਮੇਜ। ਆ ਜਾਓ ਆਪਾਂ ਆਦਮੀ ਬਣਾਈਏ ਤੇ ਆਪਣੀ ਸ਼ਕਲ ਦੇ ਵਿੱਚ ਬਣਾਈਏ। ਓਕੇ, ਹੋਰ ਕੋਈ ਵੀ ਪਰਮੇਸ਼ਰ ਨੇ ਚੀਜ਼ ਆਪਣੀ ਸ਼ਕਲ ਦੇ ਵਿੱਚ ਬਣਾਈ ਨਹੀਂ ਸੀਗੀ, ਇੱਕ ਇਕੱਲਾ ਆਦਮੀ ਬਣਾਇਆ ਸੀਗਾ। ਸੋ ਪ੍ਰਭੂ ਦੀ ਵਡਿਆਈ ਹੋਵੇ। ਇਹ ਪਹਿਲੀ ਚੀਜ਼ ਹੈ ਜਿਹੜੀ ਸਾਨੂੰ ਜਾਣਨ ਦੀ ਜ਼ਰੂਰਤ ਆ। ਅਸੀਂ ਪਰਮੇਸ਼ਰ ਦੀ ਸ਼ਕਲ ਦੇ ਵਿੱਚ ਬਣਾਏ ਗਏ ਹਾਂ। ਓਕੇ, ਹੋਰ ਕੋਈ ਨਹੀਂ ਚੀਜ਼ ਪਰਮੇਸ਼ਰ ਦੀ ਸ਼ਕਲ 'ਚ ਬਣਾਈ ਗਈ। ਜੇ ਅਸੀਂ ਸ਼ਕਲ ਦੇ ਵਿੱਚ ਬਣਾਏ ਗਏ, ਹੋਰ ਕੋਈ ਚੀਜ਼ ਨਹੀਂ ਬਣਾਈ ਗਈ, ਇਹਦਾ ਮਤਲਬ ਇਹ ਆ ਅਸੀਂ ਕੋਈ ਚੀਜ਼ ਹੱਥਾਂ ਨਾਲ ਬਣਾ ਕੇ ਉਹਨੂੰ ਪੂਜਣ ਨਹੀਂ ਲੱਗਣਾ ਹੈਗਾ। ਓਕੇ, ਫਿਰ ਇੱਕ ਬਹੁਤ, ਉਹ ਇਦੋਂ ਵੀ, ਇੱਥੇ ਆਪਾਂ ਥੋੜ੍ਹੀ ਹੋਰ ਧਿਆਨ ਦੇਵਾਂਗੇ। ਫਿਰ ਉਹ ਇਦੋਂ ਵੀ ਇੱਕ ਬਹੁਤ ਖਾਸ ਚੀਜ਼ ਕਹਿੰਦਾ ਆ, ਇਕੱਲੀ ਉਹਨੇ ਆਪਣੀ ਸ਼ਕਲ 'ਚ ਨਹੀਂ ਬਣਾਇਆ, ਪਰ ਹੀ ਮੇਡ ਅਸ ਇਨਟੂ ਹਿਸ ਲਾਈਕਨੈਸ। ਆਪਣੇ ਸੁਭਾਅ ਵਰਗਾ ਬਣਾਇਆ, ਸਾਡਾ ਸੁਭਾਅ ਵੀ ਉਹਦੇ ਵਰਗਾ ਹੋਵੇ। ਓਕੇ, ਕਈ ਵਾਰੀ ਆਪਾਂ ਦੇਖਦੇ ਹੁੰਦੇ ਆ ਜਿੱਦਾਂ ਔਲਾਦ ਹੁੰਦੀ ਆ, ਤੇ ਕਈ ਵਾਰੀ ਉਹਨਾਂ ਦਾ ਸੁਭਾਅ ਆਪਣੇ ਡੈਡੀ ਵਰਗਾ, ਆਪਣੀ ਮੰਮੀ ਵਰਗਾ ਹੁੰਦਾ ਆ। ਇੱਥੇ ਪਰਮੇਸ਼ਰ ਦੱਸਦਾ ਆ ਤੇ ਜਿਹੜੇ ਉਹਨੇ ਆਦਮੀ ਬਣਾਇਆ, ਉਹਦਾ ਸੁਭਾਅ ਪਰਮੇਸ਼ਰ ਵਰਗਾ ਹੋਣਾ ਆ। ਓਕੇ, ਇਹ ਪਹਿਲਾਂ ਹੀ ਪਰਮੇਸ਼ਰ ਨੇ ਇਨ ਬਿਲਟ ਸੀਗਾ, ਉਹਦੇ ਵਿੱਚ ਪਹਿਲਾਂ ਹੀ ਪਾਇਆ ਸੀਗਾ, ਤੇ ਹੱਲੇ ਵੀ ਉਹ ਹੈਗਾ ਆ। ਓਕੇ, ਤੀਸਰੀ ਚੀਜ਼ ਜਿਹੜੀ ਉਹ ਦੱਸਦਾ ਆ, ਜਿਹੜੀ ਸਾਨੂੰ ਜਾਣਨ ਦੀ ਜ਼ਰੂਰਤ ਹੈ, ਉਹ ਇਹ ਆ, ਐਂਡ ਲੈਟ them have dominion। ਉਹਨਾਂ ਨੂੰ ਆਪਾਂ ਰਾਜ ਕਰਨ ਨੂੰ ਦੇਈਏ। ਸੋ ਜਿੰਨੀ ਵੀ ਪਰਮੇਸ਼ਰ ਨੇ ਧਰਤੀ ਬਣਾਈ ਸੀਗੀ, ਪਰਮੇਸ਼ਰ ਚਾਹੁੰਦਾ ਸੀ ਅਸੀਂ ਇੱਥੇ ਜਿਹੜਾ ਆਦਮੀ ਆ, ਮੈਨ ਕਾਈਂਡ ਆ, ਉਹ ਇਸ ਦੁਨੀਆ ਦੇ ਉੱਤੇ ਰਾਜ ਕਰਨ। ਤੇ ਸੋ ਇੱਥੇ ਸਾਨੂੰ ਰਾਜ ਕਰਨ ਨੂੰ ਬਣਾਇਆ ਸੀ। ਉਹਨੇ ਇੱਥੇ ਸਾਨੂੰ ਲੇਬਰ ਕਰਨ ਨੂੰ ਨਹੀਂ ਬਣਾਇਆ ਸੀ, ਕੰਮ ਕਰਨ ਨੂੰ ਨਹੀਂ ਬਣਾਇਆ ਸੀਗਾ, ਸਾਨੂੰ ਰਾਜ ਕਰਨ ਨੂੰ ਬਣਾਇਆ ਸੀ। ਜਿਹੜੇ ਰਾਜੇ ਹੁੰਦੇ ਆ ਉਹ ਇਕੱਲਾ ਰਾਜ ਹੀ ਕਰਦੇ ਹੁੰਦੇ, ਉਹ ਕੰਮ ਨਹੀਂ ਕਰਦੇ ਹੈਗੇ। ਉਹ ਇੱਕ ਹੁੰਦਾ ਕੰਮ ਹੀ ਆ, ਪਰ ਮੇਰਾ ਮਤਲਬ ਜਿਹੜਾ ਕੰਮ ਵੀ ਉਹ ਫਸਲ ਨਹੀਂ ਵਾਹੁੰਦੇ ਹੈਗੇ, ਉਹ ਜਾ ਕੇ ਵਾਢੀ ਨਹੀਂ ਵੱਢਦੇ ਹੈਗੇ, ਉਹ ਰਾਜ ਕਰਦੇ ਆ। ਤੇ ਇੱਦਾਂ ਹੀ ਪਰਮੇਸ਼ਰ ਨੇ ਆਦਮੀ ਨੂੰ ਬਣਾਇਆ ਸੀ। ਚੌਥੀ ਚੀਜ਼ ਉਹ ਦੱਸਦਾ ਆ ਕਿਹਨਾਂ ਚੀਜ਼ਾਂ ਦੇ ਉੱਤੇ ਰਾਜ ਕਰਨਾ ਆ, ਕਿਤੇ ਭੁਲੇਖਾ ਨਾ ਲੱਗ ਜਾਵੇ। ਸੋ ਅਸੀਂ ਕਲੀਅਰ ਹੋ ਜਾਂਦੇ। ਉਹ ਕੀ ਆ? ਦ ਫਿਸ਼ ਆਫ ਦ ਸੀ, ਜਿੰਨੀਆਂ ਵੀ ਚੀਜ਼ਾਂ ਸਮੁੰਦਰ ਦੇ ਵਿੱਚ ਆ, ਆਫ ਦ ਬਰਡਸ ਆਫ ਦ ਏਅਰ, ਜਿੰਨੀਆਂ ਵੀ ਚੀਜ਼ਾਂ ਉੱਥੇ ਪੰਛੀ ਉੜਦੇ ਆ ਉਹਨਾਂ ਦੇ ਉੱਤੇ, ਜਿੰਨੀਆਂ ਵੀ ਚੀਜ਼ਾਂ ਧਰਤੀ ਦੇ ਵਿੱਚ ਆ, ਆਲ ਦ ਲਾਈਵ ਸਟਾਕ ਔਨ ਦ ਅਰਥ, ਐਂਡ ਐਵਰੀ ਕ੍ਰੀਪਿੰਗ ਥਿੰਗ, ਜਿੰਨੀਆਂ ਵੀ ਘਿਸੜਦੀਆਂ ਚੀਜ਼ਾਂ ਧਰਤੀ ਦੇ ਉੱਤੇ, ਸਾਰੀਆਂ ਜਿੰਨੀਆਂ ਵੀ ਚੀਜ਼ਾਂ ਤੁਸੀਂ ਦੇਖ ਸਕਦੇ ਆ, ਜਿੰਨੀਆਂ ਵੀ ਚੀਜ਼ਾਂ ਤੁਸੀਂ ਇਮੈਜਿਨ ਕਰ ਸਕਦੇ ਜਿਹੜੀ ਧਰਤੀ ਵਿੱਚ ਹੈਗੀਆਂ ਜਾਂ ਸੀਗੀਆਂ, ਉਹ ਸਾਰੀਆਂ ਪਰਮੇਸ਼ਰ ਨੇ ਆਦਮੀ ਦੇ ਥੱਲੇ ਬਣਾਈਆਂ ਸੀਗੀਆਂ। ਆਦਮੀ ਨੂੰ ਉਹਨਾਂ 'ਤੇ ਰਾਜ ਕਰਨਾ ਸੀਗਾ। ਤੇ ਫਿਰ ਅਸੀਂ ਦੇਖਦੇ ਹਾਂ ਜਿਹੜੀ ਪੰਜਵੀਂ ਉਹ ਚੀਜ਼ ਕਹਿੰਦਾ ਆ, ਬੀ ਫਰੂਟਫੁਲ ਐਂਡ ਮਲਟੀਪਲਾਈ। ਬਹੁਤ ਖਾਸ ਆ, ਸਪੈਸ਼ਲੀ ਜਿਹੜੀਆਂ ਇਸ ਵੇਲੇ ਲੜਕੀਆਂ ਜਾਂ ਭੈਣਾਂ ਉਹਨਾਂ ਨੂੰ ਬੱਚਾ ਚਾਹੁੰਦੀਆਂ ਪਰ ਹੋਇਆ ਨਹੀਂ ਹੈਗਾ। ਤੇ ਪਰਮੇਸ਼ਰ ਇੱਥੇ ਕੀ ਕਹਿੰਦਾ? ਉਹਨੇ ਪਹਿਲਾਂ ਹੀ ਕਿਹਾ ਸੀ ਉਹਦੀ ਇੱਛਾ ਨਹੀਂ ਹੈਗੀ ਤੁਸੀਂ ਬੱਚੇ ਤੋਂ ਬਗੈਰ ਹੋਵੋ। ਉਹਦੀ ਕੀ ਇੱਛਾ ਸੀਗੀ? ਬੀ ਫਰੂਟਫੁਲ ਐਂਡ ਮਲਟੀਪਲਾਈ। ਤੁਸੀਂ ਫਰੂਟਫੁਲ ਹੋਵੋ। ਸੋ ਇੱਥੋਂ ਸਾਨੂੰ ਕਈ ਵਾਰੀ ਲੋਕੀ ਸਾਨੂੰ ਦੱਸਣ ਲੱਗ ਪੈਂਦੇ ਪਰਮੇਸ਼ਰ ਦੀ ਮਰਜ਼ੀ ਇਹ ਹੋਣੀ ਆ, ਪਰਮੇਸ਼ਰ ਚਾਹੁੰਦਾ ਨਹੀਂ ਮੈਨੂੰ ਬੱਚਾ ਹੋਵੇ। ਨੋ, ਉਹਦਾ ਪਹਿਲੇ ਜਿੱਥੋਂ ਬਾਈਬਲ ਸ਼ੁਰੂ ਕਰਦਾ ਉਹ ਪਹਿਲਾਂ ਹੀ ਦੱਸਦਾ
He wants us to be fruitful and multiply. Amen. Okay? ਫਿਰ ਛੇਵੀਂ ਚੀਜ਼ ਜੋ ਦੱਸਦਾ ਹੈ, fill the earth and subdue it. ਸਾਰੀ ਧਰਤੀ ਨੂੰ ਭਰ ਦਿਓ ਤੇ ਉਹਨਾਂ ਨੂੰ ਦਬਾ ਕੇ ਰੱਖਿਓ, ਉਹਨਾਂ ਨੂੰ ਆਪਣੇ ਬਸ ਦੇ ਵਿੱਚ ਰੱਖਿਓ, Amen. ਉਹਨਾਂ ਨੂੰ ਕੰਟਰੋਲ ਦੇ ਵਿੱਚ ਚੀਜ਼ਾਂ ਨੂੰ ਰੱਖਿਓ। Yes. ਸੋ ਅੱਜ ਆਪਾਂ ਦੇਖਣਾ ਆ ਅਸੀਂ ਮੁੜ ਕੇ ਫੇਰ ਇਹਨਾਂ ਚੀਜ਼ਾਂ 'ਚ ਰਿਸਟੋਰ ਹੋ ਸਕਦੇ ਆ। ਵੀ ਕਿੱਦਾਂ ਰਿਸਟੋਰ ਹੋ ਸਕਦੇ ਆ? Mm. ਆਪਾਂ ਪਿਛਲੇ ਹਫ਼ਤੇ ਦੇਖਦੇ ਸੀ ਯਿਸੂ ਮਸੀਹ ਨੇ ਸਭ ਕੁਝ ਕਰ ਦਿੱਤਾ ਸਾਨੂੰ ਰਿਸਟੋਰ ਕਰਨ ਨੂੰ। Mm. ਹੁਣ ਸਾਨੂੰ ਕੁਝ ਕਰਨ ਦੀ ਜ਼ਰੂਰਤ ਆ, ਸਾਨੂੰ ਕਈ ਐਕਸ਼ਨ ਲੈਣ ਦੀ ਜ਼ਰੂਰਤ ਆ, ਸਾਨੂੰ ਕਈ ਪੈਰ ਪੱਟਣ ਦੀ ਜ਼ਰੂਰਤ ਆ, ਜਿਹੜਾ ਅੱਜ ਅਸੀਂ ਕੱਲੀ ਚੀਜ਼ ਲੈ ਕੇ ਐਕਸਪਲੇਨ ਕਰਾਂਗੇ ਤੇ ਤੁਸੀਂ ਆਪਣੇ ਜੀਵਨ 'ਚ ਕਰਕੇ ਆਪਣਾ ਰਸਤਾ ਪਰਮੇਸ਼ਰ ਦੇ ਨਾਲ ਜੋੜ ਸਕਦੇ ਆ। ਫੇਰ ਮੁੜ ਕੇ ਤੁਹਾਨੂੰ ਉਹਦਾ ਉਹ ਮਿਲ ਸਕਦਾ। Yes. ਇੱਥੇ ਆਪਾਂ ਮਜ਼ਹਬ ਦੀ ਗੱਲ ਨਹੀਂ ਕਰ ਰਹੇ ਹੈਗੇ। ਬਹੁਤ ਵਾਰੀ ਅਸੀਂ ਮਜ਼ਹਬ ਦੇ ਬਾਰੇ ਸੋਚਦੇ ਖਰੇ ਜੀ ਮਜ਼ਹਬ ਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਕੀ ਗੱਲ ਕਰ ਰਹੇ ਆ? ਪਰਮੇਸ਼ਰ ਦੇ ਨਾਲ ਰਸਤਾ ਕਿੱਦਾਂ ਜੁੜ ਸਕਦਾ, Mm. ਜਿਹੜਾ ਅਹੁਦਾ ਸਾਨੂੰ ਪਰਮੇਸ਼ਰ ਨੇ ਦਿੱਤਾ ਸੀਗਾ ਅਸੀਂ ਮੁੜ ਕੇ ਉਹ ਕਿੱਦਾਂ ਲੈ ਸਕਦੇ ਹਾਂ। ਸੋ ਇਹ ਸਾਡੇ ਵਾਸਤੇ ਖਾਸ ਆ। ਸੋ ਇੱਥੇ ਅਸੀਂ ਦੇਖਣਾ ਆ ਬਈ ਕਿੱਦਾਂ ਹੋ ਸਕਦਾ। ਓਕੇ, ਯਿਸੂ ਮਸੀਹ ਜਦੋਂ ਇਸ ਧਰਤੀ ਤੇ ਆਇਆ ਤੇ ਉਹ ਜਦੋਂ ਪ੍ਰਚਾਰ ਕਰਨ ਲੱਗਾ, ਉਹਦਾ ਪਹਿਲਾ ਪ੍ਰਚਾਰ ਕੀ ਸੀਗਾ? Mm. ਓਕੇ, ਆਪਾਂ ਮਤੀ ਦੀ ਕਿਤਾਬ ਉਹਦਾ 4 ਚੈਪਟਰ Mm. ਤੇ ਉਹਦੀ 17ਵੀਂ ਆਇਤ ਤੋਂ ਪੜਾਂਗੇ। ਪਰ ਇਦੋਂ ਪਹਿਲਾਂ ਯਿਸੂ ਮਸੀਹ ਨੇ ਕੋਈ ਮਿਨਿਸਟਰੀ ਸੇਵਾ ਕੀਤੀ ਨਹੀਂ ਸੀ। ਉਹਨੇ 40 ਦਿਨ ਹੁਣ ਵਰਤ ਰੱਖ ਕੇ, ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ, 40 ਦਿਨ ਤੇ 40 ਰਾਤਾਂ ਵਰਤ ਰੱਖ ਕੇ ਹੁਣ ਉਹ ਆਇਆ ਉੱਥੋਂ ਜੋਰਡਨ ਦੇ ਵਿੱਚ ਆ ਗਿਆ ਆ ਕਿ ਉਹਨੇ ਬੈਪਟਿਜ਼ਮ ਲੈ ਲਿਆ ਆ ਯੂਹੰਨਾ ਦੇ ਕੋਲੋਂ ਤੇ ਹੁਣ ਉਹ ਪ੍ਰਚਾਰ ਕਰਨ ਲੱਗਾ ਆ। ਤੇ ਕੀ ਪ੍ਰਚਾਰ ਕਰਦਾ ਆ? ਜ਼ਰੂਰ ਖਾਸ ਹੋਊਗਾ, ਸਾਨੂੰ ਸੁਣਨ ਦੀ ਜ਼ਰੂਰਤ ਆ। ਸੁਰਿੰਦਰ ਆਪਣੇ ਵਾਸਤੇ ਪੜ੍ਹ ਕੇ ਸੁਣਾਓਗੇ ਇਹ ਪੰਜਾਬੀ ਦੇ ਵਿੱਚ। ਹਾਂਜੀ ਹਾਂਜੀ, ਇਹ ਮੈਥਿਊ ਚੈਪਟਰ 4 ਵਰਸ 17 ਵਾ। ਮਤੀ 4 ਚੈਪਟਰ ਤੇ ਉਹਦੀ 17ਵੀਂ ਆਇਤ। ਉਸੇ ਵੇਲਿਓਂ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਵੀ ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਆਮੇਨ। ਆਮੇਨ। ਸੋ ਕੀ ਕਹਿੰਦਾ ਸੀ ਉਹ? ਤੋਬਾ ਕਰੋ। Mm. ਬਹੁਤ ਖਾਸ ਚੀਜ਼ ਆ। Mm. ਕਰਕੇ ਜਦੋਂ ਮੈਂ ਨਿੱਕਾ ਹੁੰਦਾ ਸੀ ਮੈਂ ਗੁਰਦੁਆਰੇ ਵਿੱਚ ਸੇਵਾ ਕਰਦਾ ਹੁੰਦਾ ਸੀ, ਹੋਰ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀ, ਪਰ ਉਦੋਂ ਮੈਨੂੰ ਇੱਦਾਂ ਸਿਖਾਇਆ ਜਾਂਦਾ ਸੀ ਬਈ ਤੁਸੀਂ ਚੰਗੇ ਕੰਮ ਕਰੋ। Mm. ਓਕੇ, ਚੰਗੇ ਕੰਮ ਕਰੋ ਤਾਂ ਪਰਮੇਸ਼ਰ ਤੁਹਾਡੇ ਨਾਲ ਖੁਸ਼ ਹੋ ਜਾਊਗਾ। ਓਕੇ, ਜ਼ਰੂਰ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ, ਇਹਦੀ ਕੋਈ ਸ਼ੱਕ ਦੀ ਚੀਜ਼ ਨਹੀਂ ਹੈਗੀ। ਪਰ ਇੱਥੇ ਪਰਮੇਸ਼ਰ ਯਿਸੂ ਮਸੀਹ ਦੱਸਦਾ ਆ ਉਹ ਚੰਗੇ ਕੰਮ ਕਰਨ ਨੂੰ ਪਹਿਲਾਂ ਨਹੀਂ ਕਹਿੰਦਾ, ਉਹ ਬਾਅਦ ਆਉਂਦੇ ਆ। ਪਹਿਲਾਂ ਸਾਨੂੰ ਕੀ ਕਰਨ ਦੀ ਜ਼ਰੂਰਤ ਆ? ਤੋਬਾ ਕਰੋ। ਅਸੀਂ ਰੋਂਗ ਰਸਤੇ ਦੇ ਵਿੱਚ ਪਏ। ਤੋਬਾ ਦਾ ਮਤਲਬ ਹੁੰਦਾ ਗੇੜਾ ਕੱਢ ਲਓ। ਓਕੇ, ਜਿੱਧਰ ਨੂੰ ਅਸੀਂ ਜਾਣਾ ਹੈ ਉਧਰੋਂ ਨਹੀਂ ਆਉਣਾ, ਹੁਣ ਦੂਜੇ ਪਾਸੇ ਨੂੰ ਜਾਣ ਲੱਗ ਪੈਣਾ। Mm. ਸੋ ਇੱਥੇ ਸਾਨੂੰ ਯਿਸੂ ਮਸੀਹ ਕਹਿੰਦਾ ਰਿਪੈਂਟ, ਸਾਨੂੰ ਤੋਬਾ ਕਰ ਲਓ। Mm. ਓਕੇ, ਅਸੀਂ ਪਰਮੇਸ਼ਰ ਤੋਂ ਦੂਰ ਨੂੰ ਜਾਂਦੇ ਸੀ, ਹੁਣ ਅਸੀਂ ਉਹਦੇ ਵੱਲ ਨੂੰ ਆਉਣ ਲੱਗਣਾ ਹੈ। ਸੋ ਸਾਨੂੰ ਜਿਹੜਾ ਪਹਿਲੀ ਚੀਜ਼ ਉਹ ਸਾਨੂੰ ਸਿਖਾਉਂਦਾ ਆ ਤੋਬਾ ਕਰਨ ਦੀ ਦੱਸਦਾ ਆ। ਸੋ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ। ਯਿਸੂ ਮਸੀਹ ਦਾ ਪਹਿਲਾ ਮੈਸੇਜ ਸੀ, ਜਿੱਥੇ ਵੀ ਉਹ ਜਾਂਦਾ ਸੀ ਪਹਿਲਾਂ ਇਹੀ ਕਹਿੰਦਾ ਸੀਗਾ ਤੋਬਾ ਕਰ ਲਓ। ਓਕੇ, ਫਿਰ ਜਦੋਂ ਯਿਸੂ ਮਸੀਹ ਦੁਨੀਆ ਨੂੰ ਛੱਡ ਗਿਆ, ਪਰਮੇਸ਼ਰ ਦੇ ਕੋਲ ਚੱਲ ਗਿਆ ਸਵਰਗਾਂ ਦੇ ਵਿੱਚ, ਪਰਮੇਸ਼ਰ ਦੇ ਸੱਜੇ ਹੱਥ ਜਾ ਕੇ ਬਹਿ ਗਏ ਆ, ਤੇ ਹੁਣ ਉਹਦੇ ਚੇਲੇ ਪ੍ਰਚਾਰ ਕਰ ਰਹੇ ਆ। Mm. ਉਹ ਕੀ ਪ੍ਰਚਾਰ ਕਰਦੇ ਸੀਗੇ? ਉਹਨਾਂ ਦਾ ਪਹਿਲਾ ਪ੍ਰਚਾਰ ਕੀ ਸੀਗਾ? Mm. ਉਹ ਵੀ ਆਪਾਂ ਦੇਖਦੇ ਹਾਂ। ਰਸੂਲਾਂ ਦੇ ਕੰਮ ਉਹਦਾ ਚੈਪਟਰ 2 ਤੇ ਉਹਦੀ 37 ਆਇਤ, the book of Acts chapter 2 verse 37. Srinder will read it to us. ਹਾਂਜੀ, ਰਸੂਲਾਂ ਦੇ ਕੰਮ ਉਹਦਾ ਦੂਸਰਾ ਚੈਪਟਰ ਤੇ 37ਵੀਂ ਆਇਤ ਤੇ ਇੱਦਾਂ ਲਿਖਿਆ, ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ, ਅਸੀਂ ਕੀ ਕਰੀਏ? ਹਾਂਜੀ, ਹੋਰ ਪੜ੍ਹ ਦਿਓ। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੀ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਆਮੇਨ। ਸੋ ਇੱਥੇ ਕੀ ਦੱਸਦਾ? ਕਹਿੰਦਾ ਤੋਬਾ ਕਰੋ। ਓਕੇ, ਓਕੇ, ਇਦਾਂ ਨਹੀਂ ਕਹਿੰਦਾ ਹੁਣ ਤੁਸੀਂ ਚੰਗੇ ਕੰਮ ਕਰਨ ਲੱਗ ਪਓ ਜਿਹੜੇ
ਰੋਂਗ, ਕੁਛ ਗਲਤ ਨਹੀਂ ਇਹਦੇ ਵਿੱਚ, ਪਰ ਪਹਿਲੀ ਚੀਜ਼ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ। ਤੋਬਾ ਕਰੋ। ਅਸੀਂ ਜੇ ਤੋਬਾ ਨਹੀਂ ਕਰਦੇ ਹੈਗੇ, ਜਿੰਨੇ ਮਰਜ਼ੀ ਚੰਗੇ ਕੰਮ ਕਰੀ ਚੱਲੀਏ, ਉਹ ਕਿਸੇ ਕੰਮ ਦੇ ਨਹੀਂ ਹੋਣੇ ਹੈਗੇ। ਬਾਈਬਲ ਦੱਸਦੀ ਹੈ ਚੰਗੇ ਕੰਮ ਵੀ ਗੰਦੇ ਕੱਪੜਿਆਂ ਵਰਗੇ ਆ, ਪਰ ਜਦੋਂ ਅਸੀਂ ਤੋਬਾ ਕਰ ਲੈਂਦੇ ਹਾਂ ਤੇ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ ਤੇ ਉਹ ਫਿਰ ਸਾਡਾ ਜਿਹੜਾ ਅੰਦਰਲਾ ਜੀਵਨ ਬਦਲ ਜਾਂਦਾ ਆ। ਤੇ ਹੁਣ ਕੀ ਹੋਇਆ, ਹੁਣ ਅਸੀਂ ਚੰਗੇ ਕੰਮ ਕਰ ਸਕਦੇ ਹਾਂ। ਹੁਣ ਅਸੀਂ ਇਸ ਕੰਮ ਨੂੰ ਨਹੀਂ ਕਰਦੇ ਹੈਗੇ ਵੀ ਅਸੀਂ ਪਰਮੇਸ਼ਰ ਨਾਲ ਰਸਤਾ ਠੀਕ ਕਰ ਲਵਾਂਗੇ ਚੰਗੇ ਕੰਮ ਕਰਕੇ। ਅਸੀਂ ਇਸ ਕੰਮ ਨੂੰ ਕਰਦੇ ਕਰਕੇ ਅਸੀਂ ਚੰਗੇ ਬਣ ਗਏ ਹਾਂ। ਜੇ ਕੋਈ ਦਰਖਤ ਚੰਗਾ ਹੋਵੇ ਤੇ ਉਹ ਚੰਗਾ ਫਲ ਦੇਊਗਾ, ਪਰ ਜੇ ਦਰਖਤ ਚੰਗਾ ਨਹੀਂ ਹੈਗਾ, ਜਿੰਨਾ ਮਰਜ਼ੀ ਅਸੀਂ ਉਹਨੂੰ ਕਹੀਏ ਚੰਗਾ ਬਣ ਜਾ, ਜਿੰਨਾ ਮਰਜ਼ੀ ਉਹਨੂੰ ਪਾਣੀ ਦੇਈ ਚੱਲੀਏ, ਜਿੰਨਾ ਮਰਜ਼ੀ ਉਹਨੂੰ ਛਾਂਗੀ ਚੱਲੀਏ, ਜਿੰਨਾ ਮਰਜ਼ੀ ਉਹਨੂੰ ਖਾਦ ਪਾਈ ਚੱਲੀਏ, ਉਹ 'ਚੋਂ ਚੰਗਾ ਨਹੀਂ ਨਿਕਲਣਾ ਹੈਗਾ, ਉਹ 'ਚੋਂ ਮਾੜਾ ਹੀ ਨਿਕਲਣਾ। ਕਾਹਦੇ ਕਦੀ ਜੜ ਨਹੀਂ ਬਦਲੀ ਹੈਗੀ। ਸੋ ਇੱਥੇ ਉਹ ਪਾਪਾਂ ਤੋਂ ਤੋਬਾ ਕਰਨ ਦੀ ਸਾਨੂੰ ਕਹਿ ਰਿਹਾ ਆ। ਸੋ ਪਹਿਲਾਂ ਸਾਨੂੰ ਪਹਿਲੀ ਚੀਜ਼ ਇਹ ਸਾਨੂੰ ਦੱਸ ਰਿਹਾ, ਸਾਨੂੰ ਪਾਪਾਂ ਤੋਂ ਤੋਬਾ ਕਰਨ ਦੀ। ਫਿਰ ਸਿੰਦੇ ਨੇ ਆ ਪੜ੍ਹ ਕੇ ਆਪਾਂ ਨੂੰ ਸੁਣਾਇਆ ਸੀਗਾ, ਜਿਹੜੀ ਆਪਾਂ ਪੜ੍ਹੀ ਸੀਗੀ, ਇੱਥੇ ਆਪਾਂ ਜੈਨਸਿਸ ਦੀ ਕਿਤਾਬ ਦੇ ਵਿੱਚੋਂ ਆਪਾਂ ਅੱਗੇ ਦੇਖਿਆ ਸੀਗਾ, ਤੇ ਆਪਾਂ ਮੁੜ ਕੇ ਫੇਰ ਇਹ ਪੜ੍ਹਦੇ ਹਾਂ ਅੱਜ। ਨਾ ਮੇਰੇ ਖਿਆਲ ਗਾਹਾਂ ਚੱਲ ਗਏ ਮੈਂ ਨਾ। ਹਾਂਜੀ, ਥੈਸੋਨੀਕੀਆਂ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਉਹਦਾ 5 ਦਾ 23। ਦੈਟਸ ਰਾਈਟ, ਹਾਂਜੀ, ਸੌਰੀ। ਪਹਿਲੇ ਥੈਸੋਨੀਕੀਆਂ, ਫਰਸਟ ਥੈਸਲੋਨੀਅਨਸ ਚੈਪਟਰ 5 ਵਰਸ 23। ਹਾਂਜੀ, ਇਹ ਪਹਿਲਾ ਥੈਸਲੋਨੀਕੀਆਂ ਨਿਊ ਟੈਸਟਮੈਂਟ ਦੇ ਵਿੱਚ ਹੀ ਆ, ਅਖੀਰ ਜਿਹਾ ਜਾ ਕੇ ਆ, ਤੇ ਉਹਦਾ 5ਵਾਂ ਚੈਪਟਰ ਤੇ 23ਵੀਂ ਆਇਤ। ਹਾਂਜੀ, ਇੱਥੇ ਇਦਾਂ ਲਿਖਿਆ, ਅਤੇ ਸ਼ਾਂਤੀ ਦਾਤਾ ਪਰਮੇਸ਼ਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ, ਔਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਵੇ। ਆਮੇਨ। ਆਮੇਨ। ਇੱਥੇ ਪੌਲ ਥੈਸਲੋਨੀਕੀ ਚਰਚ ਨੂੰ ਚਿੱਠੀ ਦੇ ਵਿੱਚ ਲਿਖਦਾ ਆ ਬਈ ਸਾਡਾ ਆਤਮਾ, ਸਾਡਾ ਜੀਵ ਤੇ ਸਾਡਾ ਸਰੀਰ ਸਾਰਾ ਬਚਾਇਆ ਜਾਵੇ। ਓਕੇ, ਸੋ ਇੱਥੇ ਜਿਹੜੀ ਆਪਾਂ ਖਾਸ ਚੀਜ਼ ਦੇਖਣੀ ਚਾਹੁੰਦੇ ਉਹ ਇਹ ਆ ਬਈ ਆਦਮੀ ਤਿੰਨਾਂ ਹਿੱਸਿਆਂ ਦੇ ਵਿੱਚ ਆ। ਓਕੇ, ਮੈਂ ਇੱਦਾਂ ਕਹਿੰਦਾ ਹੁੰਦਾ, ਮੈਨ ਇਜ਼ ਅ ਸਪਿਰਿਟ, ਲਿਵਸ ਇਨ ਅ ਬਾਡੀ, ਪੋਜੈਸਿਸ ਅ ਸੋਲ। ਆਦਮੀ ਆਤਮਾ ਆ, ਉਹਦੇ ਕੋਲ ਜੀਵ ਆ, ਤੇ ਉਹ ਸਰੀਰ ਦੇ ਵਿੱਚ ਰਹਿ ਰਿਹਾ ਆ। ਓਕੇ, ਤਿੰਨਾਂ ਹਿੱਸਿਆਂ ਦੇ ਵਿੱਚ ਆ। ਜਦੋਂ ਮੈਂ ਕਈ ਵਾਰੀ ਇੱਦਾਂ ਕਹਿੰਦਾ, ਲੋਕੀ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਨਹੀਂ, ਪਤਾ ਸੀਗਾ, ਪਰ ਆਪਾਂ ਕਦੇ ਇੱਦਾਂ ਡਿਵਾਈਡ ਨਹੀਂ ਕੀਤਾ ਸੀਗਾ। ਆਪਾਂ ਇੱਦਾਂ ਕਦੇ ਸੋਚ ਕੇ ਨਹੀਂ ਦੇਖਿਆ ਸੀਗਾ। ਪਤਾ ਸਾਰਿਆਂ ਨੂੰ ਸੀਗਾ। ਮੈਂ ਤੁਹਾਨੂੰ ਪ੍ਰੂਫ ਕਰ ਦਿੰਦਾ ਕਿੱਦਾਂ ਪਤਾ ਸੀਗਾ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਆਪਾਂ ਜਾਂਦੇ ਆ ਤੇ ਉਹ ਲੋਥ ਉਹਦੀ ਪਈ ਹੁੰਦੀ ਉੱਥੇ, ਤੇ ਆਪਾਂ ਉਹਨਾਂ ਨੂੰ ਕਹਿੰਦੇ ਆ ਇਹ ਤਾਂ ਜੀ ਉਹਦੀ ਲੋਥ ਪਈ ਆ, ਉਹ ਜਿਹੜਾ ਅੰਦਰ ਰਹਿੰਦਾ ਸੀ ਉਹ ਸੱਚੀ ਚਲ ਗਿਆ। ਓਕੇ, ਉਹ ਕੌਣ ਸੀ ਅੰਦਰ? ਉਹ ਜਿਹੜਾ ਸੱਚੀ ਆਦਮੀ ਦੇ ਅੰਦਰ ਰਹਿੰਦਾ ਸੀ ਉਹ ਚਲ ਗਿਆ। ਓਕੇ, ਸੋ ਆਪਾਂ ਨੂੰ ਪਤਾ ਸੀਗਾ, ਪਰ ਕਿਸੇ ਨੇ ਇਹਦਾ ਡਿਵਾਈਡ ਕਰਕੇ ਨਹੀਂ ਦਿਖਾਇਆ ਸੀਗਾ। ਸੋ ਇੱਥੇ ਜੋ ਆਪਾਂ ਨੂੰ ਬਾਈਬਲ ਦੱਸਦੀ ਆ, ਇਹ ਮੈਂ ਦੱਸ ਰਿਹਾ ਆ। ਸੋ ਮੈਨ ਇਜ਼ ਅ ਸਪਿਰਿਟ, ਲਿਵਸ ਇਨ ਅ ਬਾਡੀ ਐਂਡ ਪੋਜੈਸਿਸ ਅ ਸੋਲ। ਓਕੇ, ਸੋ ਤਿੰਨਾਂ ਹਿੱਸਿਆਂ ਦੇ ਵਿੱਚ ਆ। ਤੇ ਜਿਹੜਾ ਆਦਮ ਸੀਗਾ ਉਹ ਵੀ ਇਦਾਂ ਹੀ ਸੀਗਾ, ਤੇ ਉਹਦਾ ਜਿਹੜਾ ਰਸਤਾ ਪਰਮੇਸ਼ਰ ਦੇ ਨਾਲ ਬਣਿਆ ਸੀਗਾ ਉਹ ਆਤਮਾ ਦਾ ਸੀਗਾ। ਸੋ ਜਦੋਂ ਪਰਮੇਸ਼ਰ ਨੇ, ਜਦੋਂ ਆਦਮੀ ਪਾਪ ਕਰ ਲਿਆ, ਤੇ ਜਿਹੜਾ ਉਹ ਆਤਮਿਕ ਤੌਰ ਸੀਗਾ ਉਹ ਤੋਂ ਜੁਦਾ ਹੋ ਗਿਆ। ਜਿਹੜਾ ਉਹਦਾ ਸਪਿਰਿਟ ਬੀਇੰਗ ਸੀਗਾ ਉਹਦੇ ਵਿੱਚ ਪਾਪ ਆ ਗਿਆ। ਹੁਣ ਉਹ ਪਰਮੇਸ਼ਰ ਦੇ ਮੂਹਰੇ ਖੜਾ ਨਹੀਂ ਹੋ ਸਕਦਾ ਹੈਗਾ। ਸੋ ਪਰਮੇਸ਼ਰ ਕਹਿੰਦਾ ਸੀ ਉਸ ਦਿਨ ਤੂੰ ਮਰ ਜਾਣਾ, ਜਿਸ ਦਿਨ ਤੂੰ ਪਾਪ ਕਰ ਲਿਆ ਉਸ ਦਿਨ ਤੂੰ ਮਰ ਜਾਣਾ। ਉਹ ਸਰੀਰੋਂ ਤਾਂ ਮਰਿਆ ਨਹੀਂ ਸੀ ਹਲੇ, ਪਰ ਆਤਮਿਕ ਤੌਰ ਉਹ ਮਰ ਗਿਆ ਸੀਗਾ। ਹੁਣ ਪਰਮੇਸ਼ਰ ਦੇ ਨਾਲ ਉਹਦਾ ਰਸਤਾ ਨਹੀਂ ਸੀਗਾ। ਸੋ ਇੱਥੇ ਉਹ ਆਪਾਂ ਨੂੰ ਦੱਸਦੇ, ਆਪਾਂ ਇਹ ਜੈਨਸਿਸ ਦੀ ਕਿਤਾਬ ਉਹਦਾ 2 ਚੈਪਟਰ ਤੇ ਉਹਦੀ 17ਵੀਂ ਆਇਤ ਵਿੱਚੋਂ ਇਹੀ ਪੜ੍ਹਦੇ ਹਾਂ। ਜਦੋਂ ਪਰਮੇਸ਼ਰ ਕਹਿੰਦਾ ਵੀ ਤੂੰ ਮਰ ਜਾਣਾ, ਉਹ ਆਤਮਿਕ ਤੌਰ ਗੱਲ ਕਰ ਰਿਹਾ ਸੀ। ਹਾਂਜੀ, ਪੜ੍ਹਿਓ ਤੁਸੀਂ। ਇਹ ਉਤਪਤ ਦੀ ਕਿਤਾਬ
ਦੂਸਰਾ ਚੈਪਟਰ ਤੇ ਉਹਦੀ 17ਵੀਂ ਆਇਤ ਹੈ, ਜੈਨਸਿਸ ਚੈਪਟਰ 2 ਵਰਸ 70। ਪਰ ਭਲੇ ਬੁਰੇ ਦੀ ਸਿਆਣ ਤੋਂ ਬੇਸ਼ ਤੋਂ ਤੂੰ ਨਾ ਖਾਏ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਆਮੀਨ। ਜਿੱਦਣ ਤੂੰ ਉਹ ਖਾ ਲੂੰਗਾ ਉਦੋਂ ਤੂੰ ਮਰ ਜਾਊਗਾ। ਪਰ ਆਪਾਂ ਨੂੰ ਪਤਾ ਆਦਮ ਤਾਂ 900 ਸਾਲ ਜਿੰਦਾ ਰਿਹਾ ਸੀ, ਓਕੇ, ਪਰ ਉਹ ਪਰਮੇਸ਼ਰ ਤੋਂ ਜੁਦਾ ਸੀਗਾ। ਜਦੋਂ ਹੁਣ ਉਹਨੇ ਪਰਮੇਸ਼ਰ ਨਾਲ ਗੱਲ ਕਰਨੀ ਸੀ, ਉਹਨੂੰ ਬਲੀ ਦੇਣੀ ਪੈਂਦੀ ਸੀਗੀ ਪਰਮੇਸ਼ਰ ਦੇ ਮੂਹਰੇ, ਤੇ ਫਿਰ ਉਹ ਪਰਮੇਸ਼ਰ ਉਹਨਾਂ ਸੁਣਦਾ ਸੀਗਾ। ਸੋ ਉਹਨੇ ਪਾਪ ਕਰ ਲਿਆ ਸੀ, ਜੁਦਾ ਹੋ ਗਿਆ ਸੀਗਾ। ਸੋ ਕਈ ਵਾਰੀ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ। ਜਿਹੜੇ ਪੜ੍ਹੇ ਲਿਖੇ ਵੀ ਬਹੁਤ ਆ, ਜਿਹੜੇ ਗਿਆਨੀ ਵੀ ਬਹੁਤ ਆ। ਉਸ ਜ਼ਮਾਨੇ ਦੇ ਵਿੱਚ ਇੱਕ ਨਿਕਲਡੀਮਸ ਦਾ ਨਾਂ ਦਾ ਆਦਮੀ ਸੀ, ਜਿਹੜਾ ਇਜ਼ਰਾਈਲ ਦਾ ਗੁਰੂ ਸੀਗਾ ਉਸ ਟਾਈਮ ਦੇ ਵਿੱਚ। ਤੇ ਉਹ ਯਿਸੂ ਮਸੀਹ ਨੂੰ ਸਵਾਲ ਪੁੱਛਣ ਆਉਣਾ ਚਾਹੁੰਦਾ ਆ, ਪਰ ਉਹ ਆਪ ਚੰਗਾ ਸਿਆਣਾ ਆ, ਤੇ ਬਹੁਤ ਲੋਕੀ ਉਹਦੀ ਇੱਜ਼ਤ ਕਰਦੇ ਆ, ਬਹੁਤ ਲੋਕੀ ਜਾਣਦੇ ਆ ਬਈ ਇਹ ਗ੍ਰੰਥੀ ਆ, ਇਹ ਗੁਰੂ ਆ, ਤੇ ਬਈ ਇਹਨੂੰ ਬਹੁਤ ਚੀਜ਼ਾਂ ਦਾ ਪਤਾ ਆ। ਤੇ ਉਹ ਹੁਣ ਸੋਚਦਾ ਆ ਵੀ ਮੈਂ ਜੀਸਸ ਨੂੰ ਕਈ ਸਵਾਲ ਪੁੱਛਣੇ ਚਾਹੁੰਦਾ ਆ, ਪਰ ਕਹਿੰਦਾ ਵੀ ਮੈਂ ਕਿੱਦਾਂ ਜਾ ਸਕਦਾ, ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ। ਅੱਜ ਕੱਲ੍ਹ ਵੀ ਲੋਕੀ ਛਿਪ ਕੇ ਯਿਸੂ ਮਸੀਹ ਦੇ ਕੋਲ ਆਉਣਾ ਚਾਹੁੰਦੇ ਆ। ਸੋ ਇੱਥੇ ਫਿਰ ਉਹ ਆਉਂਦਾ ਆ, ਉਹ ਰਾਤ ਨੂੰ ਆਉਂਦਾ ਜਦੋਂ ਉਹ ਸੋਚਦਾ ਵੀ ਕੋਈ ਨਾ ਦੇਖਦਾ ਹੋਊਗਾ, ਓਕੇ, ਪਰ ਉਹਦੇ ਮਾਈਂਡ ਦੇ ਵਿੱਚ ਇੱਕ ਸਵਾਲ ਹੈ, ਉਹਦੇ ਦਿਲ ਦੇ ਵਿੱਚ ਇੱਕ ਸਵਾਲ ਆ, ਉਹ ਪੁੱਛਣਾ ਚਾਹੁੰਦਾ। ਉਹ ਸਵਾਲ ਕੀ ਆ? ਮੈਂ ਸਵਰਗਾਂ ਨੂੰ ਕਿੱਦਾਂ ਜਾ ਸਕਦਾ ਹਾਂ? ਹਾਊ ਕੈਨ ਆਈ ਗੋ ਟੂ ਹੈਵਨ? ਵਾਓ, ਇਹ ਸਵਾਲ ਸਾਰਿਆਂ ਦੇ ਕੋਲ ਹੈਗਾ। ਜਿੰਨੇ ਵੀ ਇਸ ਧਰਤੀ ਦੇ ਉੱਤੇ ਹੈਗੇ ਆ, ਕਦੇ ਨਾ ਕਦੇ ਇਹ ਸਵਾਲ ਪੁੱਛਦੇ ਆ, ਅਸੀਂ ਪਰਮੇਸ਼ਰ ਨਾਲ ਰਿਸ਼ਤਾ ਕਿੱਦਾਂ ਠੀਕ ਕਰ ਸਕਦੇ, ਅਸੀਂ ਸਵਰਗਾਂ ਨੂੰ ਕਿੱਦਾਂ ਜਾ ਸਕਦੇ ਹਾਂ, ਅਸੀਂ ਇਸ ਧਰਤੀ ਦੇ ਕਾਹਦੇ ਹਾਂ? ਇਹ ਸਵਾਲ ਆ। ਇਹ ਸਵਾਲ ਯਿਸੂ ਮਸੀਹ ਨੂੰ ਪੁੱਛਣ ਆਉਂਦਾ। ਜਦੋਂ ਯਿਸੂ ਮਸੀਹ ਨੂੰ ਇਹ ਪੁੱਛਣ ਆਉਂਦਾ ਆ, ਤੇ ਆਪਾਂ ਯਹੂਨਾ ਤੀਸਰਾ ਚੈਪਟਰ ਤੇ ਉਹਦੀ 5ਵੀਂ ਆਇਤ, ਆਪਾਂ ਸੁਰਿੰਦਰ ਨੇ ਸਾਰੀ ਰੀਡਿੰਗ ਪੜ੍ਹੀ ਸੀ, ਪਹਿਲੇ ਆਪਾਂ ਇੱਕ ਆਇਤ ਇੱਥੋਂ ਪੜ੍ਹ ਲੈਂਦੇ ਹਾਂ। ਹਾਂਜੀ, ਜੌਨ ਚੈਪਟਰ 3 ਵਰਸ 5, ਯਹੂਨਾ ਤੀਜਾ ਚੈਪਟਰ ਤੇ 5ਵੀਂ ਆਇਤ ਵਿੱਚ ਇੱਦਾਂ ਲਿਖਿਆ, ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਔਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਸੋ ਉਹਦਾ ਸਵਾਲ ਸੀਗਾ, ਯਿਸੂ ਮਸੀਹ ਉਹਨੂੰ ਜਵਾਬ ਦਿੰਦਾ ਆ। ਅੱਜ ਕੱਲ੍ਹ ਹੋ ਸਕਦਾ ਤੁਹਾਡਾ ਵੀ ਇਹ ਸਵਾਲ ਹੋਵੇ, ਤੁਸੀਂ ਵੀ ਇਹ ਪੁੱਛਦੇ ਆ, ਤੇ ਯਿਸੂ ਮਸੀਹ ਕਹਿੰਦਾ ਯੂ ਮਸਟ ਬੀ ਬੋਰਨ ਅਗੇਨ, ਸਾਨੂੰ ਦੂਸਰਾ ਜਨਮ ਲੈਣ ਦੀ ਜ਼ਰੂਰਤ ਆ। ਫਿਰ ਉਹ ਸਵਾਲ ਬਹੁਤ ਸੋਹਣਾ ਪੁੱਛਦਾ ਆ, ਜਿਹੜਾ ਅੱਜ ਕੱਲ੍ਹ ਆਪਾਂ ਵੀ ਪੁੱਛ ਸਕਦੇ ਆ। ਨਿਕਲਡੀਮਸ ਯਿਸੂ ਮਸੀਹ ਨੂੰ ਕਹਿੰਦਾ, ਮੈਂ ਤਾਂ ਹੁਣ ਬੁੜਾ ਹੋ ਗਿਆ, ਮੈਂ ਕਿੱਦਾਂ ਦੂਸਰਾ ਜਨਮ ਲੈ ਸਕਦਾ? ਮੈਂ ਮੁੜ ਕੇ ਫਿਰ ਆਪਣੀ ਮਾਂ ਦੀ ਪੇਟ ਵਿੱਚ ਚੱਲ ਜਾਊਂ। ਯਿਸੂ ਮਸੀਹ ਨੂੰ ਕਹਿੰਦਾ, ਤੂੰ ਆਪ ਗੁਰੂ ਹੋ ਕੇ, ਤੂੰ ਆਪ ਟੀਚਰ ਹੋ ਕੇ, ਆਪ ਲੋਕਾਂ ਨੂੰ ਸਿੱਖਿਆ ਦਿੰਦਾ, ਤੈਨੂੰ ਇਸ ਬੇਸਿਕ ਚੀਜ਼ ਦਾ ਵੀ ਨਹੀਂ ਪਤਾ ਹੈਗਾ? ਸੱਚੀ ਅੱਜ ਬਹੁਤ ਲੋਕੀ ਸਿੱਖਿਆ ਦੇ ਰਹੇ ਆ, ਬਹੁਤ ਲੋਕੀ ਪਰਮੇਸ਼ਰ ਦੇ ਬਾਰੇ ਦੱਸ ਰਹੇ ਆ, ਪਰ ਉਹਨੂੰ ਆਹ ਬੇਸਿਕ ਦਾ ਨਹੀਂ ਪਤਾ ਹੈਗਾ ਬਈ ਉਹ ਬੋਰਨ ਅਗੇਨ ਕਿੱਦਾਂ ਹੋ ਸਕਦੇ, ਦੂਸਰਾ ਜਨਮ ਕਿੱਦਾਂ ਪਾ ਸਕਦੇ ਆ। ਇਹ ਅੱਜ ਆਪਾਂ ਬਹੁਤ ਕਲੀਅਰਲੀ ਸਮਝਾਉਣਾ ਆ, ਜਿਹੜੇ 10 ਸਾਲ ਦਾ ਬੱਚਾ ਵੀ ਸਮਝ ਸਕਦਾ ਹੈ। ਸੋ ਜ਼ਰੂਰ ਮੇਰੇ ਧਿਆਨ ਦੇ ਨਾਲ ਸੁਣਦੇ ਰਹਿਣਾ, ਤੇ ਮੈਂ ਬਾਈਬਲ ਦੇ ਵਿੱਚੋਂ ਸਿਖਾਉਣਾ, ਮੇਰੇ ਆਪਣੇ ਖਿਆਲ ਨਹੀਂ ਹੈਗੇ। ਜਿੰਨੀਆਂ ਵੀ ਚੀਜ਼ਾਂ ਆਪਾਂ ਸਿਖਾ ਗਏ ਆ, ਜੇ ਤੁਸੀਂ ਜਗਦੀਸ਼ ਦੇ ਖਿਆਲਾਂ ਦੇ ਮਗਰ ਪੈ ਗਏ, ਤੁਸੀਂ ਗਲਤ ਹੋ ਸਕਦੇ ਆ। ਪਰ ਜੋ ਮੈਂ ਬਾਈਬਲ ਦੇ ਵਿੱਚੋਂ ਸਿਖਾਉਂਦਾ, ਤੁਸੀਂ ਬਾਈਬਲ ਲੈ ਕੇ ਆਪ ਚੈੱਕ ਕਰ ਸਕਦੇ ਆ, ਦੇਖ ਸਕਦੇ ਆ ਵੀ ਇਹ ਸਹੀ ਆ। ਓਕੇ, ਸੋ ਇਹ ਜੋ ਨਿਕਲਡੀਮਸ ਦੀ ਕਹਾਣੀ ਦੱਸੀ ਸੀ, ਤੁਸੀਂ ਜ਼ਰੂਰ ਬਾਈਬਲ ਲੈਣੀ ਤੇ ਯਹੂਨਾ ਦੇ ਤੀਸਰੇ ਚੈਪਟਰ ਦੇ ਵਿੱਚੋਂ ਪੜ੍ਹਨੀ। ਓਕੇ, ਤੇ ਜ਼ਰੂਰ ਤੁਸੀਂ ਵੀ ਇੱਦਾਂ ਹੀ ਪਾਓਗੇ ਜਿੱਦਾਂ ਅੱਜ ਸੁਰਿੰਦਰ ਨੇ ਆਪਾਂ ਨੂੰ ਪੜ੍ਹ ਕੇ ਸੁਣਾਇਆ ਸੀ। ਓਕੇ, ਸੋ ਇੱਥੇ ਦੇਖਦੇ ਆ, ਜਦੋਂ ਅਸੀਂ ਪਾਪੀ ਹੁੰਦੇ ਆ, ਪਾਪ ਦੀ ਮਜ਼ਦੂਰੀ ਮੌਤ ਆ, ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ ਆ, ਓਕੇ, ਜੁਦੇ ਹੋਏ ਆ। ਉਹਦਾ ਮਤਲਬ ਅਸੀਂ ਪਰਮੇਸ਼ਰ ਦੇ ਕੋਲ ਕਦੇ ਵੀ ਜਾ ਨਹੀਂ ਸਕਦੇ। ਜਦੋਂ ਸਾਡੀ ਮੌਤ ਹੋ ਗਈ, ਅਸੀਂ ਜੋ ਇਹ ਦੁਨੀਆ ਨੂੰ ਛੱਡ ਕੇ ਵੀ ਗਏ, ਅਸੀਂ ਉਹਦੇ ਕੋਲ ਨਹੀਂ ਜਾ ਸਕਦੇ, ਕਰਕੇ ਉਹ ਪਵਿੱਤਰ ਆ। ਅਸੀਂ ਪਾਪ ਕੀਤਾ ਆ, ਤੇ ਅਸੀਂ ਆਟੋਮੈਟਿਕਲੀ ਦੂਸਰੀ ਜਗ੍ਹਾ ਦੇ ਵਿੱਚ ਜਾਣਾ, ਜਿਹਨੂੰ ਆਪਾਂ ਨਰਕ ਕਹਿੰਦੇ ਆ, ਤੇ ਉਹ ਸਦਾ ਵਾਸਤੇ ਆ। ਉਹ 10 ਸਾਲਾਂ ਵਾਸਤੇ ਨਹੀਂ ਹੈਗੀ, 20 ਸਾਲਾਂ ਵਾਸਤੇ ਨਹੀਂ ਹੈਗੀ, 100 ਸਾਲ ਵਾਸਤੇ ਨਹੀਂ ਹੈਗੀ, ਸਦਾ ਵਾਸਤੇ ਆ। ਜਦ ਇੱਕ ਵਾਰੀ ਕੋਈ ਉੱਥੇ ਚੱਲ ਜਾਂਦਾ, ਉਹ ਨਿਕਲ ਨਹੀਂ ਸਕਦਾ ਹੈਗਾ।
ਸੋ ਇੱਥੇ ਉਹਦੇ ਬਾਰੇ ਸਾਨੂੰ ਰੋਮੀਓ ਦੀ ਕਿਤਾਬ ਦੇ ਵਿੱਚ ਉਹਦਾ 6ਵਾਂ ਚੈਪਟਰ ਤੇ ਉਹਦੀ 23 ਆਇਤ ਦੇ ਵਿੱਚੋਂ ਦੱਸਦਾ ਆ ਵੀ ਜੇ ਅਸੀਂ ਇੱਕ ਵੀ ਪਾਪ ਕੀਤਾ ਤੇ ਉਹਦਾ ਕੀ ਇਨਾਮ ਆ, ਕਿ ਉਹਦਾ ਕੀ ਰਿਵੋਰਡ ਆ, ਉਹ ਸਿੱਧਾ ਆਪਾਂ ਨੂੰ ਪੜ੍ਹ ਕੇ ਸੁਣਾਉਂਦੀ ਆ। ਹਾਂਜੀ। ਰੋਮਨਸ ਚੈਪਟਰ 6 ਵਰਸ 23, ਰੋਮੀਆਂ ਚੈਪਟਰ 6 ਤੇ ਆਇਤ ਹੈਗੀ 23। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ। ਆਮੀਨ। ਇੱਥੇ ਇਦਾਂ ਨਹੀਂ ਕਹਿੰਦਾ ਪਾਪਾਂ ਦੀ, ਕਹਿੰਦਾ ਪਾਪ ਇੱਕੋ ਹੀ ਪਾਪ ਸਾਨੂੰ ਨਰਕਾਂ ਦੇ ਵਿੱਚ ਲੈ ਜਾਂਦਾ। ਕਈ ਵਾਰੀ ਜੇ ਤੁਸੀਂ ਜਿੱਦਾਂ ਮੈਨੂੰ ਸਿਖਾਇਆ ਗਿਆ, ਜੇ ਤੁਸੀਂ ਵੀ ਇਦਾਂ ਸਿੱਖਿਓ ਕੀ ਹੁੰਦੇ, ਉਹ ਕਹਿੰਦੇ ਹੁੰਦੇ ਜੀ ਇੱਕ ਦਿਨ ਤੁਹਾਡੇ ਪਾਪ ਸਾਰੇ ਤੇ ਚੰਗੇ ਕੰਮਾਂ ਦੇ ਨਾਲ ਜੋਖਣੇ ਆ, ਤੇ ਫਿਰ ਦੇਖਣੇ ਕਿਹੜੇ ਜ਼ਿਆਦੇ ਆ। ਜੇ ਤੁਹਾਡੇ ਚੰਗੇ ਕੰਮ ਜ਼ਿਆਦੇ ਆ ਤਾਂ ਤੁਸੀਂ ਸਵਰਗਾਂ ਨੂੰ ਚੱਲ ਜਾਓਗੇ। ਨਾ, ਇੱਕ ਪਾਪ ਵੀ ਲੈ ਕੇ ਅਸੀਂ ਸਵਰਗਾਂ ਨੂੰ ਨਹੀਂ ਜਾ ਸਕਦੇ ਹੈਗੇ। ਸੱਚੀ ਚੀਜ਼ ਇਹ ਆ, ਆਦਮੀਆਂ ਨੇ ਆਪਣੇ ਖਿਆਲ ਦੇ ਨਾਲ ਸੋਚ ਕੇ ਇਹ ਬਣਾਈ ਹੋਈ ਆ ਕਰਕੇ। ਕਾਹਤੇ ਜਦੋਂ ਅਸੀਂ ਇੱਕ ਪਾਪ ਕਰ ਲਿਆ ਸੀ, ਐਡਮ ਨੇ ਇੱਕੋ ਹੀ ਪਾਪ ਕੀਤਾ ਸੀ, ਉਹਦੀ ਉਦੋਂ ਹੀ ਮੌਤ ਹੋ ਗਈ ਸੀਗੀ। ਸਪਿਰਿਚੁਅਲੀ ਆਤਮਿਕ ਉਦੋਂ ਹੀ ਉਹ ਮਰ ਗਿਆ ਸੀਗਾ, ਪਰਮੇਸ਼ਰ ਤੋਂ ਉਦੋਂ ਹੀ ਜੁਦਾ ਹੋ ਗਿਆ ਸੀ। ਉਹ 10 ਪਾਪ ਨਹੀਂ ਕੀਤੇ, 100 ਪਾਪ ਨਹੀਂ ਕੀਤਾ ਸੀਗਾ, 2 ਪਾਪ ਨਹੀਂ ਕੀਤੇ ਸੀ, ਇੱਕੋ ਹੀ ਕੀਤਾ ਸੀ। ਉਹ ਕੀ ਸੀਗਾ? ਪਰਮੇਸ਼ਰ ਨੇ ਕਿਹਾ ਸੀ ਇਸ ਦਰਖਤ ਤੋਂ ਖਾਣਾ ਨਹੀਂ, ਉਹਨੇ ਖਾ ਲਿਆ ਸੀ, ਉਸੇ ਵੇਲੇ ਜੁਦਾ ਹੋ ਗਿਆ ਸੀ। ਸੋ ਪਾਪ ਦੀ ਮਜ਼ਦੂਰੀ ਮੌਤ ਆ, ਪਰ ਪਰਮੇਸ਼ਰ ਦੀ ਕਿਰਪਾ ਉਹ ਕੀ ਆ? ਸਦਾ ਦਾ ਜੀਵਨ। ਪਰਮੇਸ਼ਰ ਸਾਨੂੰ ਸਦਾ ਦਾ ਜੀਵਨ ਦੇਣਾ ਚਾਹੁੰਦਾ ਆ, ਤੇ ਉਹ ਕਿਰਪਾ ਦੇ ਨਾਲ ਮਿਲਦਾ ਆ, ਉਹ ਗ੍ਰੇਸ ਦੇ ਨਾਲ ਮਿਲਦਾ ਆ। ਉਹ ਕੰਮਾਂ ਦੇ ਨਾਲ ਨਹੀਂ ਮਿਲਦਾ ਹੈਗਾ। ਪਰਮੇਸ਼ਰ ਇੱਕ ਤੋਹਫੇ ਵਾਂਗ ਸਾਨੂੰ ਦਿੰਦਾ, ਇੱਕ ਗਿਫਟ ਵਾਂਗ ਦਿੰਦਾ। ਜੇ ਪਾਪਾਂ ਦੀ ਕਮਾਈ ਕਹਿ ਸਕਦੇ ਹਾਂ, ਜਿੱਦਾਂ ਇਸ ਬਚਨ ਦੇ ਵਿੱਚ ਲਿਖਿਆ ਆ, ਉਹ ਸਾਨੂੰ ਨਰਕਾਂ ਨੂੰ ਲੈ ਜਾਂਦੀ ਆ, ਪਰ ਜਿਹੜਾ ਪਰਮੇਸ਼ਰ ਦਾ ਤੋਹਫਾ ਆ, ਉਹਦੀ ਗਿਫਟ ਆ, ਉਹ ਸਾਨੂੰ ਸਵਰਗਾਂ ਨੂੰ ਲੈ ਜਾਂਦਾ ਆ। ਸਾਨੂੰ ਫੈਸਲਾ ਕਰਨ ਦੀ ਜ਼ਰੂਰਤ ਆ। ਪਰਮੇਸ਼ਰ ਨੇ, ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ, ਯਿਸੂ ਮਸੀਹ ਥਾਣੀ ਸਭ ਕੁਝ ਤਿਆਰ ਕੀਤਾ ਹੈ। ਜਿਹੜੀ ਕੀਮਤ ਸੀਗੀ ਪਾਪਾਂ ਦੀ ਦਿੱਤੀ ਹੋਈ ਆ, ਯਿਸੂ ਮਸੀਹ ਨੇ ਕ੍ਰਾਸ ਉੱਤੇ ਦੇ ਦਿੱਤੀ ਸੀਗੀ। ਜੇ ਅਸੀਂ ਮੰਨਣ ਨੂੰ ਤਿਆਰ ਆ ਬਈ ਯਿਸੂ ਮਸੀਹ ਨੇ ਮੇਰੀ ਮੌਤੇ ਮਰ ਗਿਆ ਸੀਗਾ, ਤੇ ਪਰਮੇਸ਼ਰ ਅੱਜ ਤੁਹਾਡਾ ਰਸਤਾ, ਮੇਰਾ ਰਸਤਾ ਆਪਣੇ ਨਾਲ ਜੋੜਨ ਨੂੰ ਤਿਆਰ ਆ। ਜਿਹੜਾ ਓਰੀਜਨਲ ਪਲਾਨ ਸੀਗਾ ਆਦਮ ਦਾ, ਉਹ ਮੁੜ ਕੇ ਫਿਰ ਸਾਨੂੰ ਉਹਦੇ ਵਿੱਚ ਲਿਆਉਣ ਨੂੰ ਤਿਆਰ ਆ। ਸਾਨੂੰ ਉਹ ਅਹੁਦਾ ਦੇਣ ਦੀ ਉਹ ਹੱਕ ਰੱਖਦਾ, ਤੇ ਸਾਨੂੰ ਦਿੰਦਾ ਆ ਜਦੋਂ ਅਸੀਂ ਤੋਬਾ ਕਰ ਲੈਂਦੇ ਹਾਂ। ਉਸ ਮਿੰਟ ਹੀ ਮਿਲ ਜਾਂਦਾ ਆ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ ਨਹੀਂ। ਓਕੇ, ਜਦੋਂ ਅਸੀਂ ਤੋਬਾ ਕਰਕੇ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਸਾਦੇ ਹਾਂ, ਉਸੇ ਵੇਲੇ ਅਸੀਂ ਉਸ ਫੈਮਿਲੀ ਦੇ ਵਿੱਚ ਰਜਿਸਟਰਡ ਹੋ ਜਾਂਦੇ ਹਾਂ, ਤੇ ਸਾਨੂੰ ਹੱਕ ਮਿਲਣਾ ਪੈਂਦਾ। ਜਿੱਥੇ ਐਡਮ ਸੀਗਾ, ਮੁੜ ਕੇ ਫਿਰ ਅਸੀਂ ਉੱਥੇ ਖੜੇ ਹੋ ਜਾਂਦੇ ਹਾਂ। ਰੋਮੀਓ ਦੀ ਕਿਤਾਬ ਸਾਨੂੰ ਇਹ ਦੱਸਦੀ ਆ ਸਾਨੂੰ ਕੀ ਕਰਨ ਦੀ ਜ਼ਰੂਰਤ ਆ, ਕਿੱਦਾਂ ਦੀ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ। ਸਿੰਦਰਾ ਆਪਾਂ ਨੂੰ ਪੜ੍ਹ ਕੇ ਸੁਣਾਉਗੀ ਰੋਮਨਸ ਚੈਪਟਰ 10 ਵਰਸ 9 and 10। ਹਾਂਜੀ, ਰੋਮੀਆਂ 10ਵਾਂ ਚੈਪਟਰ ਤੇ 9 ਤੇ 10 ਆਇਤ ਆਪਾਂ ਪੜ੍ਹਦੇ। ਇੱਥੇ ਲਿਖਿਆ ਆ, ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾਲਿਆ, ਤਾਂ ਤੂੰ ਬਚਾਇਆ ਜਾਵੇਗਾ। ਧਰਮ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀਦੀ ਹੈ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ। ਆਮੀਨ। ਇੱਥੇ ਬਹੁਤ ਸਾਫ਼ ਆ, ਬਹੁਤ ਕਲੀਅਰ ਆ, ਤੇ ਅਸੀਂ ਦੇਖਦੇ ਹਾਂ ਕੀ ਕਹਿੰਦਾ, ਇਫ ਯੂ ਕਨਫੈਸ ਵਿਦ ਯੂਰ ਮਾਊਥ। ਓਕੇ, ਉਹ ਇਦਾਂ ਨਹੀਂ ਕਹਿੰਦਾ ਜੇ ਤੁਸੀਂ ਆਪਣੇ ਦਿਲ ਦੇ ਵਿੱਚ ਧਾਰ ਲਓਗੇ। ਓਕੇ, ਇਦਾਂ ਨਹੀਂ ਕਹਿੰਦਾ ਜੇ ਤੁਸੀਂ ਮੰਨ ਲਓਗੇ। ਕਹਿੰਦਾ ਮੂੰਹ ਦੇ ਨਾਲ ਬੋਲ ਕੇ ਇਕਰਾਰ ਕਰਨਾ ਪੈਣਾ। ਉਹ ਕੀ ਇਕਰਾਰ ਕਰਨਾ ਪੈਣਾ? ਇਫ ਯੂ ਕਨਫੈਸ ਵਿਦ ਯੂਰ ਮਾਊਥ ਦ ਲੋਰਡ ਜੀਸਸ, ਬਈ ਯਿਸੂ ਮਸੀਹ ਪ੍ਰਭੂ ਆ, ਐਂਡ ਬਲੀਵ ਇਨ ਯੋਰ ਹਾਰਟ, ਆਪਣੇ ਦਿਲ ਦੇ ਵਿੱਚ ਯਕੀਨ ਜਾਂ ਭਰੋਸਾ ਰੱਖੋਗੇ ਪਰਮੇਸ਼ਰ ਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਗਾ ਲਿਆ ਸੀ। ਇੱਦਾਂ ਹੀ ਆਪਾਂ ਬਾਈਬਲ ਦੇ ਵਿੱਚ ਤੀਸਰੇ ਦਿਨ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਜੇ ਤੁਸੀਂ ਇਹ ਮੰਨ ਜਾਓਗੇ, ਇਹ ਮੂੰਹੋਂ ਬੋਲ ਜਾਓਗੇ, ਯੂ ਵਿਲ ਬੀ ਸੇਵਡ, ਤੁਸੀਂ ਬਚਾਏ ਜਾਓਗੇ। ਬਸ ਇੰਨਾ ਹੀ ਕੰਮ ਆ। ਹਾਂਜੀ, ਇੰਨਾ ਹੀ ਕੰਮ ਆ।
ਕਈ ਵਾਰੀ ਅਸੀਂ ਬਹੁਤ ਵੱਡੀ ਚੀਜ਼ ਕੋਈ ਟੋਲਦੇ ਹੁੰਦੇ ਹਾਂ, ਕੋਈ ਵੱਡੀ ਸਾਰੀ ਲੰਮੀ ਸਾਡੀ ਪ੍ਰਾਰਥਨਾ ਹੋਵੇ, ਕਾਹਤੇ ਕਰਕੇ ਅਸੀਂ ਕੰਮ ਵਿੱਚ ਕਰਨਾ ਚਾਹੁੰਦੇ ਹਾਂ, ਅਸੀਂ ਦਿਖਾਉਣਾ ਚਾਹੁੰਦੇ ਹਾਂ। ਜੇ ਉਹ ਸਾਨੂੰ ਕੋਈ ਕਹਿੰਦਾ ਇਹ 1000 ਵਾਰੀ ਇਹ ਪ੍ਰੇ ਕਰਿਓ, ਅਸੀਂ ਕਹਿੰਦੇ ਹਾਂ ਭਾਈ ਥੋੜ੍ਹਾ ਕੰਮ ਕਰਨਾ ਪੈਣਾ। ਜੇ ਬਸ ਇੰਨਾ ਕੀ ਕਰਨਾ ਪੈਣਾ ਆ, ਫਿਰ ਅਸੀਂ ਕਹਿੰਦੇ ਤਾਂ ਬਹੁਤ ਆ। ਮੇਰਾ ਵੀ ਇੱਦਾਂ ਹੀ ਸੀ, ਜਦੋਂ ਮੈਂ ਪਹਿਲੀ ਵਾਰੀ ਇਹ ਪ੍ਰਾਰਥਨਾ ਕੀਤੀ, ਮੈਂ ਕਿਹਾ ਬਸ ਇੰਨਾ ਕੀ ਸੀਗਾ, ਓਕੇ। ਪਰ ਕੀ ਹੈ, ਉਦੋਂ ਬਾਅਦ ਮੇਰਾ ਜੀਵਨ ਬਦਲਣ ਲੱਗ ਪਿਆ, ਕਾਹਤੇ ਕਰਕੇ ਪਰਮੇਸ਼ਰ ਸਾਡੇ ਅੰਦਰ ਆ ਕੇ ਰਹਿਣ ਲੱਗ ਪਿਆ। ਫਿਰ ਉਹ ਦੱਸਦਾ ਹੈ ਕੀ ਹੁੰਦਾ 10ਵੀਂ ਆਇਤ ਦੇ ਵਿੱਚ। ਆਪਾਂ ਹਲੇ ਰੋਮਨਸ ਚੈਪਟਰ 10 verse 9 and 10 ਹੀ ਪੜ੍ਹ ਰਹੇ ਹਾਂ, ਓਕੇ। I'm reading Romans chapter 10 verse 9 and 10, ਓਕੇ। ਰੋਮੀਓ 10 ਤੇ ਉਹਦੀ 9 ਤੇ 10 ਪੜ੍ਹੇ। 9ਵਾਂ ਆਇਤ ਵਿੱਚ ਸਮਝਾ ਕੇ ਆਇਆ, ਹੁਣ ਆਪਾਂ 10ਵੀਂ ਦੇਖਣ ਲੱਗੇ ਹਾਂ, ਓਕੇ। For with the heart one believes and is justified. ਦਿਲ ਦੇ ਨਾਲ ਇੱਕ ਯਕੀਨ ਰੱਖਦੇ ਆ, ਦਿਮਾਗ ਦੇ ਨਾਲ ਨਹੀਂ, ਦਿਲ ਦੇ ਨਾਲ। ਦਿਲ ਕੀ ਹੁੰਦਾ? ਸਪਿਰਿਟ, ਆਤਮਾ। ਦਿਲ ਦੇ ਨਾਲ ਯਕੀਨ ਰੱਖਦੇ ਆ ਤੇ ਫਿਰ ਉਹ ਧਰਮਬਾਜੀ ਬਣ ਜਾਂਦੇ, ਜਸਟ ਬਣ ਜਾਂਦੇ ਆ। ਜਿੱਦਾਂ ਉਹਨੇ ਪਾਪ ਨਹੀਂ ਕੀਤਾ ਇੱਦਾਂ ਹੋ ਜਾਂਦੇ ਆ, ਓਕੇ। ਫਿਰ ਕਹਿੰਦਾ ਐਂਡ ਵਿਦ ਦ ਮਾਊਥ ਕਨਫੈਸ਼ਨ ਇਜ਼ ਮੇਡ ਟੂ ਸਾਲਵੇਸ਼ਨ। ਮੂੰਹ ਦੇ ਨਾਲ ਇਕਰਾਰ ਕਰਕੇ ਕਹਿੰਦੇ ਫਿਰ ਤੁਹਾਨੂੰ ਮੁਕਤੀ ਮਿਲਦੀ ਆ। ਇੱਕ ਆਦਮੀ ਸੀਗਾ, ਉਹ ਹਰੇਕ ਰੋਜ਼ ਹੀ ਸਵੇਰ ਨੂੰ ਚਰਚ ਵਿੱਚ ਮੀਟਿੰਗ ਹੁੰਦੀ ਸੀ, ਤੇ ਉਹ ਭਾਲਦਾ ਆ ਮੁਕਤੀ। ਉਹ ਦੇਖਦਾ ਆ ਵੀ ਮੈਂ ਪਰਮੇਸ਼ਰ ਦਾ ਰਸਤਾ ਮੇਰਾ ਕਿੱਦਾਂ ਬਣ ਸਕਦਾ, ਤੇ ਉਹ ਚਰਚ ਨੂੰ ਜਾਂਦਾ ਆ, ਤੇ ਉਹਨੂੰ ਕੋਈ ਫਰਕ ਨਹੀਂ ਪਿਆ। ਤੇ ਲੋਕੀ ਉਹਨੂੰ ਦੱਸਦੇ ਆ ਜਿੱਦਾਂ ਮੈਂ ਅੱਜ ਆਪਾਂ ਦੱਸਦੇ ਹਾਂ, ਤਾਂ ਉਹ ਕਹਿੰਦਾ ਵੀ ਮੈਨੂੰ ਤਾਂ ਕੁਛ ਨਹੀਂ ਹੋਇਆ ਹੈਗਾ, ਤੇ ਮੈਂ ਉਹਦੇ ਨਾਲ ਬਹਿ ਕੇ ਪ੍ਰੇ ਵੀ ਕਰਦੇ ਆ, ਤਾਂ ਕਹਿੰਦਾ ਵੀ ਕੁਛ ਨਹੀਂ ਹੋਇਆ। ਫਿਰ ਉਹ ਸਵੇਰ ਨੂੰ 5 ਤੋਂ 6 ਵਜੇ 1 ਘੰਟਾ ਪ੍ਰੇ ਕਰਦੇ ਹੁੰਦੇ, ਤੇ ਉਹਦੇ ਵਿੱਚ ਵੀ ਜਾਂਦਾ ਰੋਜ਼, ਤੇ ਉਹਨੂੰ 6 ਮਹੀਨੇ ਇੱਦਾਂ ਹੋ ਗਿਆ। ਤੇ ਜਦੋਂ ਉਹਨੂੰ ਪੁੱਛਦੇ ਆ ਤੂੰ ਪਰਮੇਸ਼ਰ ਨੂੰ ਪਾ ਲਿਆ, ਤੇਰਾ ਰਸਤਾ ਪਰਮੇਸ਼ਰ ਨਾਲ ਠੀਕ ਹੋ ਗਿਆ? ਕਹਿੰਦਾ ਜੀ ਨਹੀਂ ਜੀ, ਪਤਾ ਨਹੀਂ ਕਦੋਂ ਪਰਮੇਸ਼ਰ ਨੇ ਕਰਨਾ ਹੈ। ਇੱਕ ਵਾਰੀ ਕੋਈ ਪ੍ਰਚਾਰਕ ਆਇਆ ਸੀ ਜਿਹੜਾ ਚੰਗਾ ਮਸ਼ਹੂਰ ਸੀਗਾ, ਤੇ ਉਹ ਚਰਚ ਵਾਲਿਆਂ ਨੂੰ ਉਹਨਾਂ ਨੂੰ ਦੱਸਿਆ, ਕਹਿੰਦੇ ਇੱਦਾਂ ਦਾ ਇੱਕ ਆਦਮੀ ਆਉਂਦਾ ਸਾਡੇ, ਕਹਿੰਦੇ ਉਹ ਆਦਮੀ ਆ, ਤੇ ਉਹਨੂੰ 6 ਮਹੀਨੇ ਇੱਥੇ ਆਉਂਦੇ ਨੂੰ ਹੋ ਗਿਆ, ਤੇ ਹਲੇ ਉਹਨੇ ਜੀਸਸ ਨੂੰ ਨਹੀਂ ਪਾਇਆ, ਉਹਨੇ ਆਪਣਾ ਰਸਤਾ ਨਹੀਂ ਪਰਮੇਸ਼ਰ ਨਾਲ ਠੀਕ ਕਰ ਸਕਿਆ, ਤੇ ਉਹਦੀ ਹੈਲਪ ਕਰ ਸਕਦੇ ਆ? ਉਹ ਕਹਿੰਦਾ ਕੋਈ ਨਹੀਂ, ਮੈਂ ਕਰ ਦੂੰਗਾ। ਜਦੋਂ ਪ੍ਰਚਾਰ ਕਰਦਾ ਆ, ਤੇ ਉਹ ਪ੍ਰਚਾਰ ਕਰਦਾ ਖੜਾ ਹੋ ਗਿਆ। ਉਹ ਆਦਮੀ ਨੂੰ ਕਹਿਣਾ ਉੱਠ ਕੇ ਖੜਾ ਹੋ ਬਈ। ਜਦੋਂ ਉੱਠ ਕੇ ਖੜਾ ਹੋਇਆ, ਉਹ ਕਹਿੰਦਾ ਤੂੰ ਯਕੀਨ ਕਰਦਾ ਯਿਸੂ ਮਸੀਹ ਧਰਤੀ ਤੇ ਆਇਆ ਸੀ? ਉਹ ਕਹਿੰਦਾ ਹਾਂਜੀ। ਉਹ ਕਹਿੰਦਾ ਤੂੰ ਯਕੀਨ ਕਰਦਾ ਉਹ ਕ੍ਰਾਸ ਉੱਤੇ ਮਰ ਗਿਆ ਸੀ? ਕਹਿੰਦਾ ਹਾਂਜੀ। ਕਹਿੰਦਾ ਤੂੰ ਯਕੀਨ ਕਰਦਾ ਬਈ ਉਹ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ? ਕਹਿੰਦਾ ਹਾਂਜੀ। ਫਿਰ ਇੱਕਦਮ ਬਹਿ ਗਿਆ। ਤਾਂ ਫਿਰ ਉਹਨੂੰ ਕਿਸੇ ਨੇ, ਫਿਰ ਉਹ ਆਦਮੀ ਮੁੜ ਕੇ ਫਿਰ ਪ੍ਰਚਾਰ ਕਰਨ ਲੱਗ ਪਿਆ। ਜਦੋਂ ਪ੍ਰਚਾਰ ਕਰਕੇ ਹਟਿਆ, ਤਾਂ ਕਿਸੇ ਨੇ ਉਹ ਆਦਮੀ ਨੂੰ ਜਾ ਕੇ ਪੁੱਛਿਆ, ਉਹ ਕਹਿੰਦਾ ਵੀ ਕੀ ਹੋਇਆ ਸੀ? ਉਹ ਕਹਿੰਦਾ ਜਦੋਂ ਮੈਂ ਇਹ ਚੀਜ਼ਾਂ ਕਿ ਮੂੰਹੋਂ ਕਹੀਆਂ, ਇਕਰਾਰ ਕੀਤਾ ਮੂੰਹ ਦੇ ਨਾਲ ਸਾਰਿਆਂ ਦੇ ਸਾਹਮਣੇ, ਕਹਿੰਦਾ ਮੇਰੇ ਅੰਦਰ ਕੁਝ ਹੋ ਗਿਆ। ਕੀ ਹੋ ਗਿਆ? ਉਹ ਬੋਰਨ ਅਗੇਨ ਹੋ ਗਿਆ, ਉਹਦਾ ਦੂਸਰਾ ਜਨਮ ਹੋ ਗਿਆ। ਕਰਕੇ ਕੀ ਲਿਖਿਆ ਸੀ? ਜੇ ਤੁਸੀਂ ਮੂੰਹ ਦੇ ਨਾਲ ਇਕਰਾਰ ਕਰੋਗੇ। ਉਹ ਯਕੀਨ ਰੱਖਦਾ ਸੀ, ਉਹਦੇ ਭਰੋਸਾ ਸੀਗਾ, ਪਰ ਉਹ ਮੂੰਹ ਦੇ ਨਾਲ ਇਕਰਾਰ ਨਹੀਂ ਕਰਦਾ ਸੀਗਾ। ਜਦੋਂ ਅਸੀਂ ਮੂੰਹ ਦੇ ਨਾਲ ਇਕਰਾਰ ਕਰਦੇ ਉਦੋਂ ਪੱਕਾ ਹੋ ਜਾਂਦਾ। ਸੋ ਇੱਥੇ ਉਹ ਸਾਨੂੰ ਦੱਸਦਾ ਆ, ਤੇ ਉਹ ਕਿੱਦਾਂ ਅਸੀਂ ਯਿਸੂ ਮਸੀਹ ਨੂੰ ਪਾ ਸਕਦੇ, ਕਿੱਦਾਂ ਅਸੀਂ ਪੱਕੇ ਹੁੰਦੇ ਹਾਂ। ਫਿਰ ਕੀ ਹੁੰਦਾ ਆ? ਓਕੇ, ਵਾਟ ਡਜ਼ ਐਕਚੁਅਲੀ ਹੈਪਨਸ? ਇਹ ਬਾਹਰੋਂ ਤਾਂ ਸਾਨੂੰ ਕੁਛ ਨਹੀਂ ਦੱਸਿਆ ਹੈਗਾ। ਜੇ ਤੁਹਾਡੇ ਮੇਰੇ ਵਰਗੇ ਬਾਲ ਸੀ ਪਹਿਲਾਂ, ਹੁਣ ਵੀ ਇੱਦਾਂ ਦੇ ਰਹਿਣੇ ਆ, ਤੇ ਜੇ ਮੂੰਹ ਤੇ ਕੋਈ ਨਿਸ਼ਾਨ ਸੀ, ਉਹ ਫਿਰ ਬਾਅਦ ਵੀ ਇੱਦਾਂ ਹੀ ਹੋਣਾ, ਰਾਈਟ? ਤੇ ਤੁਸੀਂ ਜਿੰਨੀ ਤੁਹਾਡੀ ਪਹਿਲਾਂ ਉਮਰ ਸੀ ਉਨੀ ਕੀ ਬਾਅਦ ਹੀ ਹੋਣੀ ਹੈ। ਸੋ ਬਾਹਰੋਂ ਤੋਂ ਕੋਈ ਚੇਂਜ ਹੀ ਨਹੀਂ ਹੋਇਆ ਹੈਗਾ। ਸੋ ਕੀ ਹੋਇਆ? ਓਕੇ, 2 Corinthians ਚੈਪਟਰ 5 ਤੇ ਉਹਦੀ 17ਵੀਂ ਆਇਤ ਦੇ ਵਿੱਚ ਦੱਸਦਾ ਆ ਬਈ ਕੀ ਹੋਇਆ ਸਾਡੇ ਨਾਲ ਜਦੋਂ ਅਸੀਂ ਇੱਦਾਂ ਆਹ ਪ੍ਰਾਰਥਨਾ ਕਰਦੇ ਹਾਂ, ਫਿਰ ਸਾਡੇ ਅੰਦਰ ਕੀ ਹੁੰਦਾ ਆ। ਹਾਂਜੀ, 2 Corinthians chapter 5 verse 17, ਦੂਜਾ ਕਰੰਥੀਅਨ 5ਵਾਂ ਚੈਪਟਰ ਤੇ 17ਵੀਂ ਆਇਤ ਵਿੱਚ ਇੱਦਾਂ ਲਿਖਿਆ, ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਹੋ
ਨਵੀਆਂ ਹੋ ਗਈਆਂ। ਆਮੀਨ। ਕੀ ਹੋਇਆ? ਹੁਣ ਉਹ ਬੋਰਨ ਅਗੇਨ ਹੋ ਗਿਆ। ਕਹਿੰਦੇ ਜੇ ਕੋਈ ਮਸੀਹ ਦੇ ਵਿੱਚ ਆ ਤੇ ਉਹ ਨਵਾਂ ਸ਼ਖਸ ਬਣ ਗਿਆ, ਉਹ ਨਵਾਂ ਆਦਮੀ ਬਣ ਗਿਆ, ਉਹ ਨਵੀਂ ਔਰਤ ਬਣ ਗਈ ਆ। ਪਰ ਬਾਹਰੋਂ ਤਾਂ ਉਦਾਂ ਦੀ ਲੱਗਦੀ ਹੈ। ਆਪਾਂ ਤਾਂ ਹੀ ਮੈਂ ਉਹ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ, ਆਦਮੀ ਤਿੰਨਾਂ ਹਿੱਸਿਆਂ ਦੇ ਵਿੱਚ ਆ। The man is in three dominations. ਉਹ ਕੀ ਆ? Man is a spirit, lives in a body, possesses a soul. ਜਿਹੜੀ ਆਪਣੀ ਸਪਿਰਿਟ ਸੀ, ਜਿਹੜੀ ਇਸ ਸਪਿਰਿਟ ਨੂੰ, ਜਿਹੜੇ ਆਪਣੇ ਸਰੀਰ ਨੂੰ ਜੀਂਦਾ ਰੱਖਦੀ ਆ, ਉਹ ਬੋਰਨ ਅਗੇਨ ਹੋ ਗਈ ਆ। ਆਤਮਾ ਨੇ ਸਾਨੂੰ ਅਸੀਂ ਆਤਮਾ ਨਵਾਂ ਬਣਾਤਾ ਪਰਮੇਸ਼ਰ ਨੇ। ਓਕੇ, ਉਹਨੇ ਪੈਚਅਪ ਨਹੀਂ ਕੀਤਾ ਹੈਗਾ, ਉਹਨੂੰ ਰਿਪੇਅਰ ਨਹੀਂ ਕੀਤਾ ਹੈਗਾ, ਉਹਨੂੰ ਜਿਹੜੇ ਦਾਗ ਲੱਗੇ ਸੀ ਉਹ ਸਾਫ਼ ਨਹੀਂ ਕੀਤੇ ਹੈਗੇ, ਉਹਨੇ ਉਹਨੂੰ ਨਵਾਂ ਬਣਾਤਾ ਆ। ਆਪਾਂ ਇੱਥੇ ਕੀ ਪੜ੍ਹ ਕੇ ਹਟਿਆ? ਇੱਕ ਵਾਰੀ ਫੇਰ ਪੜ੍ਹਦੇ, therefore if any man be in Christ he is a new creation. Amen. Old things are passed away, behold the new has come. Amen. ਹਾਂਜੀ ਪੜ੍ਹੇ ਤਾਂ ਫੇਰ। ਇੱਥੇ ਇਦਾਂ ਲਿਖਿਆ, ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਆਂ ਹੋ ਗਈਆਂ ਹਨ। ਓਕੇ, ਹੁਣ ਉਹ ਨਵਾਂ ਬਣ ਗਿਆ ਆ। ਓਕੇ, ਜੇ ਤੁਸੀਂ ਆਹ ਪ੍ਰਾਰਥਨਾ ਆਪਾਂ ਜਦੋਂ ਆਪਾਂ ਆਹ ਹੁਣ ਕਰਕੇ ਹਟਾ ਮਗਰੋਂ ਮੈਂ ਇਹ ਪ੍ਰੇ ਕਰਨੀ ਆ, ਜੇ ਤੁਸੀਂ ਵੀ ਮੇਰੇ ਨਾਲ ਪ੍ਰੇ ਕਰੋਗੇ, ਤੁਸੀਂ ਕੀ ਹੋ ਜਾਣਾ? ਇੱਕ ਨਵੇਂ ਸ਼ਖਸ ਬਣ ਜਾਣਾ। ਇੱਕ ਬਾਹਰੋਂ ਦੇਖਣ ਨੂੰ ਉੱਦਾਂ ਦੇ ਲੱਗਣਾ, ਅੰਦਰੋਂ ਕੋਈ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਪਰ ਕੀ ਹੋਇਆ? ਥੋੜੀ ਬਾਅਦ ਤੁਸੀਂ ਦੇਖਣ ਲੱਗ ਪੈਣਾ, ਤੁਹਾਡਾ ਜੀਵਨ ਬਦਲਣ ਲੱਗ ਪੈਣਾ। ਕਾਹਦੇ ਕੀ ਹੋਇਆ? ਜਿਹੜੀਆਂ ਜੜ੍ਹਾਂ ਸੀਗੀਆਂ, ਇੱਕ ਕਿਸਮ ਆਪਾਂ ਇੱਦਾਂ ਸਮਝਾ ਸਕਦੇ ਹਾਂ, ਜਿਹੜੀਆਂ ਜੜ੍ਹਾਂ ਸੀ ਉਹ ਬਦਲ ਦਿੱਤੀਆਂ। ਅੱਗੇ ਜਿਹੜਾ ਦਰਖਤ ਸੀਗਾ ਉਹ ਮਾੜਾ ਫਲ ਦਿੰਦਾ ਸੀ, ਕਰਕੇ ਹੁਣ ਜੜ੍ਹਾਂ ਬਦਲ ਗਈਆਂ ਤੇ ਉਹ ਹੁਣ ਚੰਗਾ ਫਲ ਦੇਣ ਲੱਗ ਪਿਆ। ਇੱਥੇ ਉਹ ਸਾਨੂੰ ਦੱਸਦਾ ਨਵਾਂ ਸ਼ਖਸ ਬਣਾਤਾ ਉਹਨੇ। ਹੁਣ ਜਿਹੜਾ ਪਾਪ ਦੇ ਕਾਰਨ ਪਰਮੇਸ਼ਰ ਦੇ ਮੂਹਰੇ ਖੜਾ ਨਹੀਂ ਹੋ ਸਕਦਾ ਸੀ, ਹੁਣ ਇਹ ਨਵਾਂ ਬਣ ਗਿਆ ਆ ਤੇ ਪਰਮੇਸ਼ਰ ਦੇ ਬਰਾਬਰ ਖੜਾ ਹੋ ਸਕਦਾ, ਪਰਮੇਸ਼ਰ ਦੇ ਨਾਲ ਖੜਾ ਹੋ ਸਕਦਾ ਆ। ਸੋ ਇੱਥੇ ਆਪਾਂ ਨੂੰ ਦੱਸ ਰਿਹਾ ਆ ਸਾਨੂੰ ਬੋਰਨ ਅਗੇਨ ਹੋਣ ਦੀ ਜ਼ਰੂਰਤ ਆ। ਯੂ ਮਸਟ ਬੀ ਬੋਰਨ ਅਗੇਨ, ਦੂਸਰਾ ਜਨਮ ਪਾਉਣ ਦੀ ਜ਼ਰੂਰਤ ਆ। ਪ੍ਰੇਜ਼ ਦ ਲਾਰਡ। ਸੋ ਇੱਥੇ ਆਪਾਂ ਦੇਖਦੇ ਕਿੰਨਾ ਸਕਾਲਾ, ਕਿੰਨਾ ਈਜ਼ੀ ਪਰਮੇਸ਼ਰ ਨੇ ਬਣਾਇਆ। ਇੱਕ ਚੀਜ਼ ਹੋਰ ਹੋਈ ਆ ਇੱਥੇ, ਸੇਮ ਚੀਜ਼ ਆਪਾਂ ਦੇਖਦੇ ਹਾਂ ਕਈ ਵਾਰੀ। ਨਹੀਂ ਤਾਂ ਅਸੀਂ ਕੰਮਾਂ ਦੇ ਨਾਲ ਉਹ ਕਹਿੰਦੇ ਵੀ ਖਰਾ ਅਸੀਂ ਉਦੋਂ ਵੀ ਵਧੀਆ ਹੋ ਜਾਵਾਂਗੇ, ਪਰ ਉਦੋਂ ਵਧੀਆ ਹੋ ਨਹੀਂ ਸਕਦੇ ਹੈਗੇ, ਕਰਕੇ ਪਰਮੇਸ਼ਰ ਨੇ ਸਾਨੂੰ ਨਵਾਂ ਬਣਾ ਲਿਆ। ਓਕੇ, ਸੋ ਇਹ ਤਾਂ ਆਪਾਂ ਦੂਸਰੇ ਕੋਰਿੰਥੀਅਨਸ ਦੇ 5ਵੇਂ ਚੈਪਟਰ ਦੇ ਵਿੱਚ ਹਾਂ, ਤੇ ਹੁਣ ਆਪਾਂ 1ਵੀਂ ਆਇਤ ਪੜ੍ਹਦੇ ਹਾਂ, 2 Corinthians chapter 5 verse 21। ਹਾਂਜੀ, 2 Corinthians, ਦੂਜਾ ਕੋਰਿੰਥੀਅਨ 5ਵਾਂ ਚੈਪਟਰ ਤੇ 21ਵੀਂ ਆਇਤ ਵਿੱਚ ਇਦਾਂ ਲਿਖਿਆ, ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਯਾਨੀ ਕਿ ਯਿਸੂ ਮਸੀਹ ਦੀ ਗੱਲ ਕਰਦੇ ਆ, ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਹਦੇ ਵਿੱਚ ਹੋ ਕੇ ਪਰਮੇਸ਼ਰ ਦਾ ਧਰਮ ਬਣੀਏ। ਆਮੀਨ। ਹੁਣ ਕੀ ਹੋਇਆ? ਪਰਮੇਸ਼ਰ ਨੇ ਇਦਾਂ ਕੀਤਾ, ਜਦੋਂ ਯਿਸੂ ਮਸੀਹ ਕ੍ਰਾਸ ਦੇ ਉੱਤੇ ਸੀਗਾ, ਜਿਹੜੀ ਉਹਦੀ ਧਰਮਬਾਜੀ ਸੀਗੀ, ਜਿਹੜਾ ਉਹਦੀ ਸਫਾਈ ਸੀਗੀ, ਜਿਹੜਾ ਉਹ ਪਾਪ ਤੋਂ ਬਗੈਰ ਸੀਗਾ, ਉਹ ਉਤੋਂ ਲੈ ਲਿਆ ਤੇ ਉੱਤੇ ਪਾਪ ਪਾ ਦਿੱਤਾ। ਉਹ ਜਿਹੜੇ ਲਈ ਸੀਗੀ ਉਹ ਸਾਡੇ ਉੱਤੇ ਪਾਤਾ। ਹੁਣ ਕੀ ਹੋਇਆ? ਅਸੀਂ ਹੁਣ ਪਾਪ ਤੋਂ ਬਗੈਰ, ਜਿੱਦਾਂ ਯਿਸੂ ਮਸੀਹ ਪਾਪ ਤੋਂ ਬਗੈਰ ਸੀਗਾ, ਅਸੀਂ ਵੀ ਉੱਦਾਂ ਹੀ ਬਣ ਗਏ। ਅਸੀਂ ਹੁਣ ਧਰਮਬਾਜੀ ਬਣ ਗਏ। ਇਹਦਾ ਕੀ ਮਤਲਬ? ਸਾਡੇ ਵਿੱਚ ਕੋਈ ਵੀ ਹੁਣ ਕਮਜ਼ੋਰੀ ਨਹੀਂ ਹੈਗੀ, ਸਾਡੇ ਵਿੱਚ ਕੋਈ ਪਾਪ ਨਹੀਂ ਹੈਗਾ। ਜਦੋਂ ਪਰਮੇਸ਼ਰ ਦੇਖਦਾ ਹੈ ਅਸੀਂ ਐਨ ਸ਼ੁੱਧ ਆ। ਓਕੇ, ਕੰਮਾਂ ਦੇ ਨਾਲ ਨਹੀਂ ਬਣੇ ਹੈਗੇ, ਇਹ ਪਰਮੇਸ਼ਰ ਨੇ ਯਿਸੂ ਮਸੀਹ ਦੀ ਰਾਈਚੀਅਸਨੈਸ ਸਾਨੂੰ ਦੇਤੀ ਹੈ। ਜਿਹੜੇ ਯਿਸੂ ਮਸੀਹ ਦੀ ਸ਼ੁੱਧ ਸੀਗੀ ਉਹ ਸਾਡੇ ਉੱਤੇ ਦੇਤੀ ਹੈ। ਸੋ ਕਦੇ ਵੀ ਮੈਂ ਛਾਤੀ ਤੇ ਹੱਥ ਮਾਰ ਕੇ ਨਹੀਂ ਕਹਿ ਸਕਦਾ ਹੈਗਾ ਜੀ ਮੈਂ ਇੱਥੇ ਭਗਤੀ ਕਰਕੇ ਆ ਗਿਆ, ਮੈਂ ਜੀ ਇੱਥੇ ਦਾਨ ਕਰਕੇ ਆ ਗਿਆ, ਮੈਂ ਇੱਥੇ ਚੰਗੇ ਕੰਮ ਕਰਕੇ ਆ ਗਿਆ। ਨੋ, ਉਹ ਗਿਫਟ ਆ। ਉਹਨੇ ਇੱਕ ਸਾਨੂੰ ਤੋਹਫੇ ਵਾਂਗ ਦੇ ਦਿੱਤਾ ਆ, ਯਿਸੂ ਮਸੀਹ ਤੋਂ ਲੈ ਕੇ ਸਾਡੇ ਉੱਪਰ ਦੇ ਦਿੱਤਾ ਆ। ਇਹ ਤੋਂ ਕਦੇ ਵੀ ਅਸੀਂ ਇੰਪਰੂਵ ਨਹੀਂ ਕਰ ਸਕਦੇ ਹੈਗੇ, ਇਹਦੋਂ ਵਧੀਆ ਅਸੀਂ ਕਦੇ ਵੀ ਬਣਾ ਨਹੀਂ ਸਕਦੇ ਹੈਗੇ। ਸੋ ਪਰਮੇਸ਼ਰ ਨੇ ਸਾਡੇ ਵਾਸਤੇ ਇਹ ਕੀਤਾ ਆ ਤੇ ਸਾਨੂੰ ਇਹ ਜਾਣਨ ਤੇ ਪਛਾਣਨ ਦੀ ਜ਼ਰੂਰਤ ਆ। ਹੁਣ ਅਸੀਂ ਪਰਮੇਸ਼ਰ ਦੇ ਸਾਹਮਣੇ ਖੜੇ ਹੋ ਸਕਦੇ ਹਾਂ, ਪਹਿਲਾਂ ਅਸੀਂ ਖੜੇ ਨਹੀਂ ਹੋ ਸਕਦੇ ਸੀਗੇ। ਆਪਾਂ ਪਿਛਲੀ ਵਾਰ ਦੇਖਿਆ ਸੀਗਾ, ਅਸੀਂ ਜਿਹੜਾ
ਹੌਲੀ ਆਫ ਹੌਲੀਸ ਉਹਦੇ ਵਿੱਚ ਜਾ ਨਹੀਂ ਸਕਦੇ ਸੀਗੇ। ਤੇ ਜਦੋਂ ਜਾਜਕ ਜਾਂਦਾ ਹੁੰਦਾ ਸੀ, ਉਹ ਖੂਨ ਲੈ ਕੇ ਜਾਂਦਾ ਹੁੰਦਾ ਸੀ। ਖੂਨ ਦੇ ਨਾਲ ਆਪਣੇ ਆਪ ਨੂੰ ਕਵਰ ਕਰਦਾ ਸੀਗਾ, ਨਹੀਂ ਤਾਂ ਉਹਨੇ ਉਸੇ ਵੇਲੇ ਮਰ ਜਾਣਾ ਸੀ। ਤੇ ਇੱਥੇ ਹੁਣ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਸਕਦੇ ਹਾਂ। ਪ੍ਰੇਜ਼ ਦ ਲਾਰਡ। ਪਰਮੇਸ਼ਰ ਨੇ ਸਾਡੇ ਵਾਸਤੇ ਬਹੁਤ ਬੜੇ ਬੜੇ ਕੰਮ ਕੀਤੇ ਆ। ਜਿਹੜਾ ਸਾਡਾ ਹੱਕ ਸੀਗਾ, ਸ਼ੈਤਾਨ ਨੇ ਖੋਲਿਆ ਸੀਗਾ, ਹੁਣ ਸਾਨੂੰ ਮੁੜ ਕੇ ਫਿਰ ਉਹ ਰਿਸਟੋਰ ਕਰ ਦਿੱਤਾ ਹੈ। ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ, ਹੁਣ ਮੁੜ ਕੇ ਫਿਰ ਅਸੀਂ ਉੱਥੇ ਪਹੁੰਚ ਗਏ ਹਾਂ। ਤੇ ਕੋਲੋਸੀਅਸ ਦੀ ਕਿਤਾਬ ਦੇ ਵਿੱਚ ਬਹੁਤ ਸਾਫ਼ ਤਰ੍ਹਾਂ ਸਾਨੂੰ ਐਕਸਪਲੇਨ ਕਰਦਾ ਆ, ਜਿਹੜਾ ਅਸੀਂ ਸਮਝ ਸਕੀਏ। ਜਿੰਨੇ ਵੀ ਸਾਡੇ ਪਾਪ ਸੀਗੇ, ਜੋ ਮੈਂ ਦੱਸ ਕੇ ਹਟਿਆ, ਕ੍ਰਾਸ ਉੱਤੇ ਪੇ ਕਰਤਾ ਸੀ, ਇੱਥੇ ਸਾਨੂੰ ਬਹੁਤ ਵਧੀਆ ਐਕਸਪਲੇਨ ਕਰਕੇ ਦੱਸਦਾ ਆ। ਤਾਂ ਫਿਰ ਉਹ ਦੱਸਦਾ ਆ ਅਸੀਂ ਹੁਣ ਬੈਰੀ ਉੱਤੇ ਕਿੱਦਾਂ ਫਤਿਹ ਪਾਉਂਦੇ ਹਾਂ। ਹਾਂਜੀ, ਕੋਲੋਸੀਅਨਸ ਦ ਬੁੱਕ ਆਫ ਕੋਲੋਸੀਅਨਸ chapter 2 verse 14, then we'll read 15 as well. ਕੋਲੋਸੀਅਨਸ ਚੈਪਟਰ 2 ਤੇ ਉਹਦੀ 14 ਤੇ 15 ਆਇਤ ਇਕੱਠੇ ਪੜ੍ਹ ਲਓ। ਹਾਂਜੀ, ਪੜ੍ਹ। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ, ਉਸਨੇ ਮੇਸ ਦਿੱਤਾ, ਕੀਮਤ ਦਿੱਤੀ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚ ਚੁੱਕ ਸੁੱਟਿਆ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਆਮੀਨ। ਸੋ ਇੱਥੇ ਜੋ ਤਸਵੀਰ ਆਪਾਂ ਦੇਖ ਰਹੇ ਹਾਂ ਉਹ ਇਹ ਆ, ਜਿਹੜੇ ਤੁਹਾਡੇ ਤੇ ਮੇਰੇ ਪਾਪ ਸੀਗੇ, ਜਦੋਂ ਵੀ ਅਸੀਂ ਗਲਤੀ ਕਰਦੇ ਸੀਗੇ, ਉਹ ਲਿਖੇ ਜਾਂਦੇ ਆ। ਬਹੁਤ ਲੋਕੀ ਦੱਸਦੇ ਆ ਬਈ ਜੋ ਵੀ ਅਸੀਂ ਚੰਗੇ ਕੰਮ ਕਰਦੇ, ਜੋ ਵੀ ਅਸੀਂ ਮੰਦੇ ਕਰਦੇ, ਲਿਖੇ ਜਾਂਦੇ। ਸੱਚੀ ਗੱਲ ਆ, ਲਿਖੇ ਜਾਂਦੇ ਆ। ਓਕੇ, ਸੋ ਇੱਥੇ ਜੋ ਸੀਗਾ ਉਹ ਲਿਖੇ ਜਾਂਦੇ ਸੀ। ਜਦੋਂ ਯਿਸੂ ਮਸੀਹ ਕ੍ਰਾਸ ਉੱਤੇ ਗਿਆ, ਉਹ ਸਾਰੇ ਹੀ ਪਰਮੇਸ਼ਰ ਨੇ ਲੈ ਲਏ। ਓਕੇ, ਮੇਖ ਦੇ ਨਾਲ ਇੱਥੇ ਆਪਾਂ ਲਿਖਿਆ ਆ, ਕ੍ਰਾਸ ਦੇ ਨਾਲ ਟੰਗ ਦਿੱਤੇ। ਉਹਦਾ ਕੀ ਮਹੱਤਵ? ਕ੍ਰਾਸ ਉੱਤੇ ਇਹਦੀ ਕੀਮਤ ਦਿੱਤੀ ਗਈ ਆ। ਹੁਣ ਜਿੰਨੇ ਵੀ ਪਾਪ ਜਗਦੀਸ਼ ਨੇ ਕੀਤੇ ਸੀਗੇ, ਉਹਦੀ ਕੀਮਤ ਯਿਸੂ ਮਸੀਹ ਨੇ ਕ੍ਰਾਸ ਉੱਤੇ ਪੇ ਕਰ ਦਿੱਤੀ ਆ। ਇੱਕ ਵਾਰੀ ਇੱਕ ਪ੍ਰਚਾਰਕ ਸੀਗਾ, ਉਹ ਬਹੁਤ ਸਵਖਤੇ ਉੱਠ ਕੇ ਤੇ ਜੋ ਉਹਨੇ ਸੰਡੇ ਨੂੰ ਪ੍ਰਚਾਰ ਕਰਨਾ ਹੈ ਤੇ ਉਹ ਤਿਆਰੀ ਕਰ ਰਿਹਾ ਆ। ਜਦੋਂ ਤਿਆਰੀ ਕਰ ਰਿਹਾ ਤਾਂ ਸ਼ੈਤਾਨ ਬੈਰੀ ਆ ਕੇ ਉਹਨੂੰ ਦੱਸਦਾ, ਤੂੰ ਨਿਕੰਮਾ ਆਦਮੀ ਹੈ, ਤੂੰ ਕਿਸੇ ਕੰਮ ਦਾ ਆਦਮੀ ਨਹੀਂ ਹੈਗਾ, ਤੂੰ ਤਾਂ ਪਾਪ ਕਰ ਕੀਤਾ, ਤੂੰ ਆਹ ਕੀਤਾ, ਤੂੰ ਆਹ ਕੀਤਾ। ਤੇ ਉਹਨੇ ਪੈਨ ਉਹਦੇ ਹੱਥ ਵਿੱਚ ਸੀਗਾ, ਤੇ ਉਹ ਜੋ ਉਹਨੂੰ ਦੱਸਦਾ ਵੀ ਤੂੰ ਆਹ ਪਾਪ ਕੀਤਾ, ਉਹਨੇ ਉਹ ਵੀ ਲਿਖ ਲਿਆ। ਫਿਰ ਕਹਿੰਦਾ ਤੂੰ ਆਹ ਹੀ ਪਾਪ ਕੀਤਾ, ਕਹਿੰਦਾ ਤੂੰ ਮੈਂ ਆਹ ਵੀ ਲਿਖ ਲਿਆ। ਜਿੰਨੇ ਵੀ ਉਹਨੂੰ ਦੱਸੀ ਗਿਆ ਉਹ ਲਿਖੀ ਗਿਆ। ਤੇ ਲਿਖ ਕੇ ਉਹ ਕਹਿੰਦਾ, ਮਗਰੋਂ ਸ਼ੈਤਾਨ ਨੂੰ ਕਹਿੰਦਾ ਬਸ ਆਹ ਹੀ ਸੀ। ਤੇ ਜਦੋਂ ਸਾਰੇ ਲਿਖ ਲਏ ਤੇ ਲਿਖ ਕੇ ਉਹਨੇ ਪੇਪਰ ਨੂੰ ਫੋਲਡ ਕਰਕੇ ਤੇ ਉਹਨੇ ਬਾਸਕਟ ਦੇ ਵਿੱਚ ਆ ਕੇ ਮਾਰੇ। ਕਹਿੰਦੇ ਸਾਰੇ ਕ੍ਰਾਸ ਦੇ ਉੱਤੇ ਇਹਦੀ ਪੇ ਯਿਸੂ ਮਸੀਹ ਨੇ ਕਰ ਦਿੱਤੀ ਆ। ਸੱਚੀ ਸ਼ੈਤਾਨ ਨੇ ਬਾਅਦ ਵੀ ਸਾਡੇ ਕੋਲ ਹੋਣਾ ਆ, ਸਾਨੂੰ ਇਹ ਚੀਜ਼ਾਂ ਦੀ ਯਾਦ ਲਾਉਣ ਦੀ ਕੋਸ਼ਿਸ਼ ਕਰਨੀ ਆ, ਪਰ ਚੇਤੇ ਰੱਖਣਾ ਆ ਬਈ ਯਿਸੂ ਮਸੀਹ ਨੇ, ਆਪਾਂ ਇੱਥੇ ਬਹੁਤ ਕਲੀਅਰਲੀ ਪੜ੍ਹ ਕੇ ਹਟੇ ਹਾਂ। ਸੁਰਿੰਦਰ ਇੱਕ ਵਾਰੀ ਫੇਰ ਪੜ੍ਹੂਗੀ ਕੋਲੋਸੀਅਨਸ ਦੀ ਦ ਬੁੱਕ ਆਫ ਕੋਲੋਸੀਅਨਸ ਚੈਪਟਰ 2 verse 14, ਬਈ ਉਹਨੇ ਕ੍ਰਾਸ ਦੇ ਉੱਤੇ ਕੀਮਤ ਦੇ ਦਿੱਤੀ ਆ। ਆਮੀਨ। ਕੋਲੋਸੀਅਨ 2 ਚੈਪਟਰ ਤੇ 14ਵੀਂ ਆਇਤ ਮੈਂ ਪੜ੍ਹਦੀ। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ, ਉਸਨੇ ਕੀਮਤ ਦਿੱਤੀ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਹਾਂਜੀ, ਸੋ ਪ੍ਰੇਜ਼ ਦ ਲਾਰਡ। ਹੁਣ ਉਹ ਕੀਮਤ ਪੇ ਕਰਤੀ, ਸਾਰਾ ਫਿਨਿਸ਼ ਹੋ ਗਿਆ। ਕਰਕੇ ਜਦੋਂ ਵੀ ਅਸੀਂ ਕੁਛ ਕਰਨ ਲੱਗੇ ਹਾਂ, ਸ਼ੈਤਾਨ ਨੇ ਸਾਨੂੰ ਇਹ ਚੀਜ਼ਾਂ ਯਾਦ ਕਰਾਉਣੀਆਂ। ਇੱਥੇ ਤਾਂ ਹੀ ਆ 2 ਆਇਤਾਂ ਦੇ ਨਾਲ ਲਿਖਿਆ। ਹੁਣ ਦੂਸਰੀ 15ਵੀਂ ਆਇਤ ਆਪਾਂ ਨੂੰ ਦਿਖਾਉਣ ਲੱਗਾ, ਉੱਥੇ ਕੀ ਪਰਮੇਸ਼ਰ ਸਾਨੂੰ ਕੀ ਦੱਸਦਾ, ਜੀਸਸ ਨੇ ਕੀ ਕੀਤਾ। ਹਾਂਜੀ, 15ਵੀਂ ਆਇਤ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਇੱਥੇ ਉਹ ਹੁਣ ਦਿਖਾਉਂਦਾ ਆ ਬਈ ਯਿਸੂ ਮਸੀਹ ਜਦੋਂ ਮਰ ਗਿਆ ਸੀ, ਨਰਕਾਂ ਦੇ ਵਿੱਚ ਉਹ ਚਲ ਗਿਆ ਸੀ ਸਾਡੀ ਖਾਤਰ, ਜਿੱਥੇ ਅਸੀਂ ਨਰਕਾਂ ਦੇ ਵਿੱਚ ਜਾਣਾ ਸੀ। ਤਾਂ ਜਿਹੜੀਆਂ ਹਕੂਮਤਾਂ ਸੀ, ਜਿਹੜੇ ਭੂਤ ਸੀਗੇ,
ਜਿਹੜੇ ਫੋਲਨ ਐਂਜਲ ਸੀਗੇ ਉਹ ਜੀਸਸ ਨੂੰ ਥੱਲੇ ਦੱਬ ਕੇ ਬੈਠੇ ਆ। ਆਮੇਨ। ਉਹ ਕਹਿੰਦੇ ਹੁਣ ਨਹੀਂ ਅਸੀਂ ਇਹਨੂੰ ਫੜ ਲਿਆ ਹੋਣਾ ਕਿ ਇਹ ਦੁਨੀਆ ਦੇ ਵਿੱਚ ਬਹੁਤ ਹੈਰਾਨਗਰੀ ਕੰਮ ਕਰਦਾ ਸੀ। ਜਿਨ੍ਹਾਂ ਨੂੰ ਅਸੀਂ ਬਿਮਾਰ ਕਰਦੇ ਸੀ ਠੀਕ ਕਰੀ ਜਾਂਦਾ ਸੀ, ਜਿਨ੍ਹਾਂ ਨੂੰ ਅਸੀਂ ਮਾਰਦੇ ਸੀ ਜੀਂਦੇ ਕਰੀ ਜਾਂਦਾ ਸੀ। ਹੁਣ ਅਸੀਂ ਇਹਨੂੰ ਨਰਕਾਂ ਦੇ ਵਿੱਚ ਲਾਇਆ, ਹੁਣ ਨਹੀਂ ਸ਼ਰਮ ਹੈਗਾ ਇਹਨੂੰ ਵਿੱਚ। ਪਰ ਕੀ ਹੋਇਆ, ਉਹਨੂੰ ਬਾਈਬਲ ਦੱਸਦੀ ਉਹਨੂੰ ਗਲੋਂ ਫੜ ਕੇ ਬੈਠੇ ਸੀ। ਪਰ ਜਦੋਂ ਤੀਸਰਾ ਦਿਨ ਹੋਇਆ ਜੀਸਸ ਨੇ ਉਹਨਾਂ ਨੂੰ ਗਲੋਂ ਲਾ ਕੇ ਮਾਰਿਆ ਤੇ ਫਤਿਹਮੰਦ ਹੋ ਕੇ ਉੱਠ ਖੜਿਆ। ਸੋ ਜੀਸਸ ਨੇ ਉਹਨਾਂ ਉੱਤੇ ਫਤਿਹ ਪਾ ਲਈ ਆ ਤੇ ਉਹ ਜਿਹੜੀ ਫਤਿਹ ਸੀਗੀ ਉਹ ਫਤਿਹ ਸਾਨੂੰ ਦੇ ਦਿੱਤੀ। ਇੱਕ ਵਾਰੀ ਫੇਰ ਪੜ੍ਹਿਓ 15ਵੀਂ ਆਇਤ ਜੀ। ਕੋਲੋਸੀਅਨ ਸੇ ਹਾਂਜੀ ਸੌਰੀ ਕੋਈ ਦੂਸਰੇ ਦੇ 15 ਹੈ। ਹਾਂਜੀ ਦੂਸਰੇ ਦਾ। ਹਾਂਜੀ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਆਮੀਨ। ਫਿਰ ਉਹਨਾਂ ਦਾ ਤਮਾਸ਼ਾ ਵੀ ਬਣਾਇਆ, ਜਿੱਤ ਕੇ ਉਹਨਾਂ ਨੂੰ ਪੈਰਾਂ ਥੱਲੇ ਸੱਟ ਕੇ ਮਿੱਧ ਕੇ ਦਿਖਾ ਦਿੱਤਾ, ਤਿੰਨਾਂ ਦੁਨੀਆ ਨੂੰ ਦਿਖਾ ਦਿੱਤਾ। ਓਕੇ, ਜਿਹੜੀ ਆਤਮਿਕ ਦੁਨੀਆ ਜਿਹੜੀ ਆਪਾਂ ਨੂੰ ਇੱਥੇ ਦੀਦੀ ਦੁਨੀਆ ਤੇ ਜਿਹੜੀ ਨਰਕ ਆ ਜਿਹੜੀ ਸਵਰਗ ਆ ਉਹਨੇ ਸਾਰਾ ਦੇਖ ਲਿਆ ਤੇ ਬਈ ਯਿਸੂ ਮਸੀਹ ਨੇ ਉਹਨਾਂ ਨੂੰ ਹਰਾਤਾ ਆ। ਜਦੋਂ ਵੀ ਕਦੇ ਭੂਤਾਂ ਨਾਲ ਲੜਾਈ ਹੁੰਦੀ ਆ ਤੇ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਉਂਦੇ ਆ ਬਈ ਯਿਸੂ ਮਸੀਹ ਤੁਹਾਨੂੰ ਹਰਾਤਾ ਸੀਗਾ ਤੇ ਉਹ ਕੰਬਣ ਲੱਗ ਪੈਂਦੇ ਆ। ਮੈਂ ਇੱਕ ਵਾਰੀ ਕਿਸੇ ਭੈਣ ਦੇ ਵਿੱਚ ਭੂਤ ਸੀ, ਮੈਂ ਉਹਨਾਂ ਡੀਲ ਕਰਦਾ ਸੀ। ਉਹ ਕਹਿੰਦਾ, ਮੈਂ ਉਹਨੂੰ ਕਹਿੰਦਾ ਸੀ ਯਿਸੂ ਮਸੀਹ ਨਾਂ 'ਚ ਇਹਨੂੰ ਨਿਕਲਿਆ ਇਹਦੇ ਵਿੱਚੋਂ, ਤੇ ਉਹ ਕਹਿੰਦਾ ਸੀ ਮੈਂ ਨਹੀਂ ਜਾਣਦਾ ਜੀਸਸ ਕੌਣ ਆ। ਮੈਂ ਕਿਹਾ ਤੈਨੂੰ ਚੇਤਾ ਭੁੱਲ ਗਿਆ, ਤੈਨੂੰ ਉਹਨੇ ਪੈਰਾਂ ਥੱਲੇ ਮਿੱਧਿਆ ਸੀ। ਕੀ ਹੋਇਆ, ਉਹ ਭੈਣ ਜਿਹੜਾ ਭੂਤ ਸੀ ਉਹਦੇ ਵਿੱਚ ਉਹ ਕੰਬਣ ਲੱਗ ਪਿਆ, ਉਹਦਾ ਹੀ ਡਰਨ ਲੱਗ ਪਿਆ। ਕਾਹਦੇ, ਉਹਨਾਂ ਵਾਸਤੇ ਇੱਦਾਂ ਜਿੱਦਾਂ ਹਾਲੇ ਕੱਲ੍ਹ ਹੋਇਆ ਸੀਗਾ। ਯਿਸੂ ਮਸੀਹ ਨੇ ਉਹਨਾਂ 'ਤੇ ਫਤਿਹ ਪਾ ਕੇ ਸਾਨੂੰ ਮੁੜ ਕੇ ਫੇਰ ਉਸ ਅਥਾਰਟੀ ਦੇ ਵਿੱਚ, ਉਸ ਰੂਲ ਦੇ ਵਿੱਚ ਸਾਨੂੰ ਮੁੜ ਕੇ ਫੇਰ ਲੈ ਆਉਂਦਾ ਹੈ। ਆਮੀਨ। ਦੇਖੋ ਹੋਰ ਵੀ ਆਇਤਾਂ ਹੈਗੀਆਂ ਮੇਰੇ ਖਿਆਲ 'ਚ, ਆਪਾਂ ਇਹ ਪੜ੍ਹ ਕੇ ਫਿਰ ਆਪਾਂ ਬੰਦ ਕਰ ਦੇਣਾ। ਅਫੀਸ਼ੀਅਨਸ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਤੇ 20 ਆਇਤ ਤੋਂ ਲਾ ਕੇ 23 ਆਇਤ ਤੱਕ ਪੜ੍ਹਾਂਗੇ। ਦ ਬੁੱਕ ਆਫ ਅਫੀਸ਼ੀਅਨਸ ਚੈਪਟਰ 1 ਵਰਸ 20 to 23। ਹਾਂਜੀ, ਅਫਸੀਆਂ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ, ਉਹਦਾ ਪਹਿਲਾ ਚੈਪਟਰ ਤੇ 20 ਤੋਂ ਲੈ ਕੇ 23 ਤੱਕ। ਜਿਹੜਾ ਉਹਨੇ ਮਸੀਹ ਵਿੱਚ ਕੀਤਾ ਜਦ ਉਸ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਤੇ ਸੁਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਹਾਲਿਆ। ਉਹ ਹਰੇਕ ਹਕੂਮਤ, ਇਖਤਿਆਰ, ਕੁਦਰਤ, ਰਿਆਸਤ ਅਤੇ ਹਰੇਕ ਨਾਂ ਦੇ ਉਥਾਹਾਂ ਹੈ ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲਈਦਾ ਹੈ, ਅਤੇ ਸਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸਨੇ ਕਲੀਸਿਆ ਲਈ ਦੇ ਦਿੱਤਾ। ਇਹ ਉਹਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸਭੋ ਕੁਝ ਭਰਦਾ ਹੈ। ਆਮੀਨ। ਓਕੇ, ਅਗਲੇ ਹਫ਼ਤੇ ਨੂੰ ਆਪਾਂ ਹਾਲ ਨਾਲ ਐਕਸਪਲੇਨ ਕਰਾਂਗੇ। ਹੁਣ ਮੈਂ ਸਿੰਪਲ ਜਿਹਾ ਮੜਿਆ ਦੱਸਦਾ ਉਹ ਕੀ ਹੋਇਆ। ਜਦੋਂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀਠਿਆ ਸੀ, ਉਹ ਕੀ ਹੋਇਆ, ਉਹਨੇ ਉਹਨਾਂ ਨੂੰ ਸੱਟ ਕੇ ਆਪਣੇ ਪੈਰਾਂ ਥੱਲੇ ਮਿੱਧ ਦਿੱਤਾ ਤੇ ਇਹ ਉਹਨਾਂ ਦਾ ਤਮਾਸ਼ਾ ਬਣਾਇਆ। ਫਿਰ ਉਹ ਇੱਥੇ ਦੱਸਦਾ ਆ ਜੀਸਸ ਕਲੀਸਿਆ ਦਾ ਸਿਰ ਆ, ਕਲੀਸਿਆ ਉਹਦੀ ਦੇਹ ਆ। ਆਮੀਨ। ਤੇ ਜੇ ਉਹਨੇ ਪੈਰਾਂ ਥੱਲੇ ਸੜਤਾ ਸੀ, ਸ਼ੈਤਾਨ ਹੋਣ ਤੇ ਭੂਤ ਜਿਹੜੇ ਹੈਗੇ ਆ ਕਿਹਨਾਂ ਦੇ ਪੈਰਾਂ ਥੱਲੇ ਆ? ਕਲੀਸਿਆ ਦੇ। ਆਮੀਨ। ਕਲੀਸਿਆ ਦੇ ਪੈਰਾਂ ਦੇ ਥੱਲੇ, ਚਰਚ ਦੇ ਪੈਰਾਂ ਦੇ ਥੱਲੇ ਆ। ਆਪਾਂ ਚਰਚ ਦੇ ਮੈਂਬਰ ਬਣ ਜਾਂਦੇ ਆ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਮੁਖ ਤੇ ਬਿਠਾ ਦਿੰਦੇ ਆ। ਸੋ ਇਹਦਾ ਕੀ ਮਤਲਬ, ਉਹ ਸਾਡੇ ਪੈਰਾਂ ਦੇ ਥੱਲੇ ਆ। ਜੇ ਉਹ ਸਾਡੇ ਪੈਰਾਂ ਦੇ ਥੱਲੇ ਆ, ਫਿਰ ਕਾਹਤੇ ਅਸੀਂ ਉਹ ਤੋਂ ਡਰਦੇ ਆ? ਇਹਦਾ ਮਤਲਬ ਸਾਡੇ ਕੋਲ ਹੁਣ ਉਹ ਤੇ ਇਖਤਿਆਰ ਹੈਗਾ ਆ, ਅਸੀਂ ਉਹਨੂੰ ਹੁਕਮ ਦੇ ਸਕਦੇ ਆ, ਉਹਨੂੰ ਆਖੇ ਲੱਗਣਾ ਪੈਣਾ ਆ। ਪਰ ਬਹੁਤ ਭੈਣ ਭਰਾ ਮੇਰੇ ਕਹਿੰਦੇ ਯਾਰ ਭਾਜੀ ਤੁਸੀਂ ਕਰ ਸਕਦੇ ਆ, ਹੋਰ ਸਾਰੇ ਕਰ ਸਕਦੇ ਆ, ਬੜੇ ਪਾਸਟਰਸ ਕਰ ਸਕਦੇ ਆ, ਅਸੀਂ ਥੋੜੋ, ਅਸੀਂ ਤਾਂ ਉੱਦਾਂ ਹੀ ਆ, ਨਿੱਕ ਨਿੱਕੇ ਹੀ ਆ। ਮੈਂ ਉਹਨਾਂ ਨੂੰ ਇੱਦਾਂ ਕਹਿੰਦਾ ਹੁੰਦਾ, ਤੁਸੀਂ ਚਰਚ ਦੇ ਮੈਂਬਰ ਆ? ਉਹ ਕਹਿੰਦੇ ਹਾਂ, ਪਰ ਬਹੁਤ ਛੋਟੇ ਜਿਹੇ। ਮੈਂ ਕਹਿੰਦਾ ਚੰਗਾ, ਇੱਦਾਂ ਹੀ ਮੰਨ ਲੈਂਦੇ ਆ। ਤੁਸੀਂ ਪੈਰ ਦੀ ਚੀਚੀ ਦਾ ਜਿਹੜਾ ਥੱਲੇ ਮਾਸ ਆ ਉਹ ਹੋਊਗੇ, ਭੇਜਨੇ ਤਾਂ ਹੁਣ ਹੀ ਆ ਕਹਿੰਦੇ, ਫੇਰ ਵੀ ਉਹ ਤੁਹਾਡੇ ਪੈਰਾਂ ਦੇ ਥੱਲੇ ਆ। ਜਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮੈਂਬਰ ਸਾਦੇ ਆ, ਜਿੰਨਾ ਮਰਜ਼ੀ ਤੁਸੀਂ ਕਹਿੰਦੇ ਅਸੀਂ ਲਾਇਕ ਨਹੀਂ ਹੈਗੇ, ਜੇ ਤੁਸੀਂ ਚਰਚ ਦੇ ਮੈਂਬਰ ਆ, ਜੇ ਤੁਸੀਂ ਯਿਸੂ ਮਸੀਹ ਨੂੰ ਪਾਇਆ ਆ, ਉਹਦੇ
ਮੁਕਤੀ ਪਾਈ ਹੋਈ ਆ, ਫਿਰ ਸ਼ੈਤਾਨ ਤੁਹਾਡੇ ਪੈਰਾਂ ਦੇ ਥੱਲੇ ਆ। ਆਮੇਨ। ਉਹਨੂੰ ਆਪਣੇ ਉੱਤੇ ਰੂਲ ਨਾ ਕਰ ਦਿਓ। ਸੋ ਨੈਕਸਟ ਵੀਕ ਆਪਾਂ ਇਹਨਾਂ ਨੂੰ ਹੋਰ ਐਕਸਪਲੇਨ ਕਰਾਂਗੇ, ਹੋਰ ਦੱਸਾਂਗੇ, ਪਰ ਇਸ ਵੀਕ ਕਰਕੇ ਆਪਣਾ ਟਾਈਮ ਚੱਲ ਗਿਆ ਆ। ਤੇ ਮੈਂ ਕਿਹਾ ਸਿੰਦਰ ਕੋ ਇੱਕ ਮਿੰਟ ਹੈਗਾ ਆ, ਤੇ ਇਹ ਆਪਣੇ ਵਾਸਤੇ ਕਲੋਜ਼ ਕਰ ਦਈਏ। ਮੈਂ ਫਿਰ ਤੁਹਾਡੇ ਵਾਸਤੇ ਪ੍ਰੇ ਕਰੂੰਗਾ। ਜੇ ਤੁਸੀਂ ਹਾਲੇ ਯਿਸੂ ਮਸੀਹ ਨੂੰ ਨਹੀਂ ਪਾਇਆ, ਤੁਸੀਂ ਪਾ ਸਕਦੇ ਹੋ। ਆਮੇਨ। ਪ੍ਰਾਈਜ਼ ਦ ਲਾਰਡ। ਮੈਂ ਪਹਿਲਾਂ ਇਹ ਐਕਸਪਲੇਨ ਕੀਤਾ ਸੀ ਕਿ ਯਿਸੂ ਮਸੀਹ ਆਪਣੀ ਖਾਤਰ ਕ੍ਰਾਸ ਦੇ ਉੱਤੇ ਆਮੀਨ। ਗਏ ਆ, Yeah. ਤੇ ਜਿਹੜਾ ਆਪਾਂ ਕਹਿੰਦੇ ਆ ਅਸੀਂ ਤੋਬਾ ਕਰਨੀ ਆ, ਉਹ ਕੀ ਆ? ਜਿਹੜੇ ਸਾਡੇ ਪੁਰਾਣੇ ਰਾਹ ਸੀਗੇ, ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨਹੀਂ ਸੀਗੇ, ਜਿਹਦੇ ਨਾਲ ਪਰਮੇਸ਼ਰ ਦੀ ਜੁਦਾਈ ਸੀਗੀ ਸਾਡੇ ਜੀਵਨ ਦੇ ਵਿੱਚ, ਆਮੀਨ। ਆਮੀਨ। ਉਹਨਾਂ ਤੋਂ ਮੁੜਨਾ ਹੈ, ਯੈਸ। ਉਹਨਾਂ ਤੋਂ ਮਾਫੀ ਮੰਗਣੀ ਹੈ। ਪ੍ਰਭੂ ਜੀ ਸਾਨੂੰ ਮਾਫ ਕਰ ਦਿਓ, ਸਾਨੂੰ ਉਸ ਵੇਲੇ ਪਤਾ ਨਹੀਂ ਸੀ ਅਸੀਂ ਕੀ ਕਰ ਰਹੇ ਹਾਂ, ਪਰ ਹੁਣ ਜਦੋਂ ਤੁਹਾਡਾ ਚਾਨਣ ਸਾਡੇ ਤੇ ਆ ਗਿਆ ਆ, ਪ੍ਰਕਾਸ਼ ਦਾ ਆਤਮਾ ਤੁਸੀਂ ਸਾਨੂੰ ਦਾਨ ਕੀਤਾ ਆ, ਤੇ ਹੁਣ ਅਸੀਂ ਤੁਹਾਡੇ ਵੱਲ ਨੂੰ ਮੁੜਦੇ ਹਾਂ। ਸੋ ਅਸੀਂ ਆਪਣੇ ਪੁਰਾਣੇ ਰਾਹਾਂ ਤੋਂ ਮੁੜ ਕੇ, ਪੁਰਾਣੇ ਕੰਮਾਂ ਤੋਂ ਮੁੜ ਕੇ, ਜਿਹੜੇ ਪਰਮੇਸ਼ਰ ਨੂੰ ਨਹੀਂ ਪਾਉਂਦੇ ਸੀਗੇ, ਜਦੋਂ ਅਸੀਂ ਉਹਦੇ ਆਖੇ ਨਹੀਂ ਲੱਗਦੇ ਸੀਗੇ, ਉਹਨੂੰ ਹੀ ਪਾਪ ਕਿਹਾ ਜਾਂਦਾ ਹੈ, ਤੇ ਅਸੀਂ ਉਹਦੇ ਵੱਲੋਂ ਮੁੜ ਕੇ, ਜਿੱਦਾਂ ਯਿਸੂ ਮਸੀਹ ਦਾ ਪਹਿਲਾ ਪ੍ਰਚਾਰ ਦੱਸਿਆ ਗਿਆ ਕਿ ਕੀ ਸੀ, ਤੋਬਾ ਕਰੋ। ਅਸੀਂ ਉਹਨਾਂ ਗੱਲਾਂ ਤੋਂ ਤੋਬਾ ਕਰ ਲੈਣੀ, ਉਦੋਂ ਸਾਨੂੰ ਪਤਾ ਨਹੀਂ ਸੀ, ਪਰ ਹੁਣ ਪਤਾ ਲੱਗ ਗਿਆ ਹੈ। ਸੋ ਅਸੀਂ ਉਹਦੇ ਵੱਲ ਨੂੰ ਮੁੜ ਆਉਣਾ ਹੈ। ਤੇ ਸੱਚੀ ਗੱਲ ਆ, ਬੈਰੀ ਸਾਨੂੰ ਬਾਰ-ਬਾਰ ਚੇਤਾ ਕਰਾਉਂਦਾ, ਤੇਰਾ ਜੀਵਨ ਇੱਦਾਂ ਦਾ ਸੀਗਾ, ਜਾਂ ਤੇਰੇ ਜੀਵਨ ਦੇ ਵਿੱਚ ਆਹ ਗਲਤੀ ਆ। ਜਦੋਂ ਅਸੀਂ ਇੱਕ ਵਾਰੀ ਤੋਬਾ ਕਰਕੇ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦ ਲੈਂਦੇ ਆ, ਤੇ ਸਾਡੀ ਸਫਾਈ ਹੋ ਜਾਂਦੀ ਹੈ। ਆਮੀਨ। ਕੰਟਰੈਕਟ ਹੋ ਗਿਆ ਹੈ, ਅਗਰੀਮੈਂਟ ਦੀ ਪ੍ਰੇ ਕਰ ਲਈ ਆ ਕਿ ਯਿਸੂ ਮਸੀਹ ਕਹਿੰਦਾ ਮੈਂ ਤੁਹਾਡੇ ਵਾਸਤੇ ਆਪਣੀ ਜਾਨ ਦਿੱਤੀ ਹੈ, ਤੁਹਾਡੇ ਵਾਸਤੇ ਖੂਨ ਬਹਾਇਆ ਆ, ਜਿਹੜਾ ਵੀ ਮੈਨੂੰ ਕਬੂਲ ਕਰੂਗਾ ਮੈਂ ਉਹਦੇ ਪਾਪ ਮਾਫ ਕੀਤੇ, ਉਹਦੇ ਪਾਪ ਮਾਫ ਹੋ ਜਾਂਦੇ, ਤੇ ਉਹਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ। ਜਦੋਂ ਅਸੀਂ ਐਗਰੀਮੈਂਟ ਵਿੱਚ ਹੋ ਗਏ, ਕੰਟਰੈਕਟ ਹੋ ਗਿਆ, ਸਾਈਨ ਹੋ ਗਿਆ, ਤੇ ਵੈਰੀ ਸਾਤੋਂ ਉਹ ਚੀਜ਼ ਖੋ ਨਹੀਂ ਸਕਦਾ, ਕਿਉਂਕਿ ਯੋਹੰਨਾ 3:17 ਦੇ ਵਿੱਚ ਲਿਖਿਆ ਕਿ ਉਹ ਸਾਨੂੰ ਕੰਡੈਮ ਕਰਨ ਨਹੀਂ ਆਇਆ ਸੀਗਾ। ਮੈਂ ਪੜ੍ਹ ਦਿੰਦੀ ਹਾਂ ਤੇ ਫਿਰ ਆਪਾਂ ਇੱਥੋਂ ਬੰਦ ਕਰਦੇ ਹਾਂ। ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਜੋ ਜਗਤ ਉਹਦੇ ਰਾਹੀਂ ਬਚਾਇਆ ਜਾਵੇ। ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ, ਆਮੀਨ। ਪਰ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ, ਕਿਉਂਕਿ ਉਸਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਨਿਹਚਾ ਨਹੀਂ ਕੀਤੀ। ਸੋ ਜਦੋਂ ਅਸੀਂ ਨਿਹਚਾ ਕਰ ਲੈਂਦੇ, ਅਸੀਂ ਦੋਸ਼ ਰਹਿਤ ਹੋ ਜਾਂਦੇ। ਚਾਹੇ ਕੋਈ ਵੀ ਸਾਨੂੰ ਕੁਛ ਕਹਿੰਦਾ ਆ, ਬੈਰੀ ਸਾਡੇ ਕਹਿੰਦਾ, ਜਾਂ ਸਾਡੇ ਭੈਣ ਭਰਾ ਕਹਿੰਦੇ ਤੇਰਾ ਜੀਵਨ ਇੱਦਾਂ ਦਾ ਸੀ, ਪਰ ਅਸੀਂ ਹੁਣ ਉਧਰੋਂ ਮੁੜ ਕੇ ਨਿਹਚਾ ਕਰ ਲਈਏ ਯਿਸੂ ਮਸੀਹ ਤੇ। ਇਸ ਕਰਕੇ ਪਰਮੇਸ਼ਰ ਦਾ ਆਤਮਾ ਦੱਸਦਾ ਹੈ, ਪਰਮੇਸ਼ਰ ਦਾ ਵਚਨ ਦੱਸਦਾ ਕਿ ਉਹ ਸਾਨੂੰ ਦੋਸ਼ੀ ਠਹਿਰਾਉਣ ਨਹੀਂ, ਪਰ ਧਰਮੀ ਬਣਾਉਣ ਵਾਸਤੇ ਆਇਆ ਸੀ। ਆਮੀਨ। ਦੈਟਸ ਰਾਈਟ। ਸੋ ਅੱਜ ਆਪਾਂ ਫੇਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹਦਾ ਧੰਨਵਾਦ ਕਰਦੇ, ਉਹਦੀ ਕਿਰਪਾ ਵਾਸਤੇ। ਆਮੀਨ। ਆਮੀਨ। ਹਾਂਜੀ। ਆਪਾਂ ਪ੍ਰੇ ਕਰੀਏ। ਤੇ ਜੇ ਤੁਸੀਂ ਅੱਜ ਜੀਸਸ ਨੂੰ ਪਾਉਣਾ ਚਾਹੁੰਦੇ, ਜੇ ਤੁਸੀਂ ਨਵਾਂ ਜੀਵਨ ਪਾਉਣਾ ਚਾਹੁੰਦੇ, ਜੇ ਤੁਸੀਂ ਉਸ ਹੱਦ ਨੂੰ ਮੁੜ ਕੇ ਲੈਣਾ ਚਾਹੁੰਦੇ ਜਿਹੜਾ ਹੱਕ ਸਾਡਾ ਸੀਗਾ, ਜਦੋਂ ਪਰਮੇਸ਼ਰ ਨੇ ਸਾਨੂੰ ਪਹਿਲਾਂ ਸਾਡੇ ਬਾਬੇ ਪੜਦਾਦੇ ਜਿਹੜੇ ਆਦਮ ਸੀਗਾ ਉਹਨੂੰ ਬਣਾਇਆ ਸੀਗਾ, ਤੇ ਉਹ ਅੱਜ ਫੇਰ ਅਵੇਲੇਬਲ ਆ। ਅੱਜ ਮੈਂ ਪ੍ਰੇ ਕਰਨੀ ਆ, ਜਿੱਦਾਂ ਆਪਾਂ ਰੋਮੀਓ ਦੀ ਕਿਤਾਬ ਵਿੱਚ ਦੱਸਿਆ ਸੀ, ਤੁਸੀਂ ਅੱਜ ਤੋਬਾ ਕਰਕੇ, ਆਪਾਂ ਪਹਿਲਾਂ ਤੋਬਾ ਦਾ ਦੇਖਿਆ ਸੀ, ਤੋਬਾ ਕਰਕੇ ਫਿਰ ਤੁਸੀਂ ਯਕੀਨ ਕਰ ਸਕਦੇ ਆ, ਤੇ ਤੁਸੀਂ ਉਸ ਵੇਲੇ ਬੋਰਨ ਅਗੇਨ ਹੋ ਜਾਣਾ, ਦੂਸਰਾ ਜਨਮ ਪਾ ਜਾਣਾ। ਆ ਜਾਓ ਆਪਾਂ ਪ੍ਰੇ ਕਰੀਏ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਆ। ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਅੱਜ ਫੈਸਲਾ ਕੀਤਾ ਆ ਵੀ ਉਹਨੇ ਆਪਣੇ ਪਾਪਾਂ ਤੋਂ ਤੋਬਾ ਕਰਨੀ ਆ, ਤਾਂ ਸਵਰਗ ਪਿਤਾ ਤੁਸੀਂ ਉਹਨਾਂ ਦੇ ਪਾਪਾਂ ਨੂੰ ਮਾਫ ਕਰ ਦਿਓ। ਤਾਂ ਸਵਰਗ ਪਿਤਾ ਜਦੋਂ ਉਹ ਯਿਸੂ ਮਸੀਹ ਦਾ ਇਕਰਾਰ ਕਰਦੇ ਆ, ਮੂੰਹ ਦਾ ਬੋਲ ਕੇ ਕਹਿੰਦੇ ਆ, ਤਾਂ ਸਵਰਗ ਪਿਤਾ ਤੁਸੀਂ ਉਹਨੂੰ ਦੂਸਰਾ ਜਨਮ ਦੇ ਦਿਓ। ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਇਸ ਵੇਲੇ ਬਹੁਤ ਲੋਕੀ ਤੁਹਾਨੂੰ ਪਾਉਣ ਤਾਂ ਆਪਣਾ ਜੀਵਨ ਤੁਹਾਡੇ ਨਾਲ ਸੁਧਾਰ ਲੈ ਕਰਨ। ਤਾਂ ਸਵਰਗ ਪਿਤਾ ਉਸ ਅਥਾਰਟੀ ਦੇ ਵਿੱਚ, ਉਸ ਸ਼ਕਤੀ ਦੇ ਵਿੱਚ ਆ ਜਾਣ ਜਿਹੜਾ ਤੁਸੀਂ ਐਡਮ ਨੂੰ ਦਿੱਤੀ ਸੀਗੀ। ਤਾਂ ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਦੋਂ ਵੀ ਹੁਣ ਮੇਰੇ ਭੈਣ ਭਰਾ ਪ੍ਰੇ ਕਰਦੇ ਆ, ਕੋਈ ਵੀ ਡਿਸਅਪੋਇੰਟਡ ਨਾ ਹੋਵੇ, ਪਰ ਸਵਰਗ ਪਿਤਾ ਸਾਰੇ ਦੂਸਰਾ ਜਨਮ ਪਾ ਸਕਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੀਨ। ਇੱਕ ਹੋਰ ਆਪਾਂ ਪ੍ਰਾਰਥਨਾ ਕਰਾਂਗੇ, ਉਹ ਇਹ ਆ, ਜੇ ਤੁਹਾਨੂੰ ਇਸ ਵੇਲੇ ਮਿਰਕਲ ਦੀ ਲੋੜ ਆ, ਮੈਂ ਪ੍ਰੇ ਕਰੂੰਗਾ ਤੇ ਤੁਸੀਂ ਇਸ ਵੇਲੇ ਮਿਰਕਲ ਪਾ ਸਕਦੇ ਆ। ਥੈਂਕ ਯੂ ਫਾਦਰ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਆ, ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਉਹਨਾਂ ਦੀ ਕਿਰਪਾ ਕਰੋ, ਉਹਨਾਂ ਦੀ ਮਦਦ ਕਰੋ ਸਵਰਗ ਪਿਤਾ।
ਤਾਂ ਸਵਰਗਿਤਾ ਜਿੰਨੇ ਵੀ ਮਿਰਕਲ ਦੀ ਲੋੜ ਆ, ਤੁਸੀਂ ਮਿਰਕਲ ਵਰਕਿੰਗ ਪਰਮੇਸ਼ਰ ਆ, ਤਾਂ ਸਵਰਗਿਤਾ ਤੁਸੀਂ ਉਹ ਮਿਰਾਕਲਸਲੀ ਉਹਨਾਂ ਜੇ ਬਿਮਾਰੀ ਆ ਬਿਮਾਰੀ ਤੋਂ ਛੁਟਕਾਰਾ ਦਿਓ, ਜੇ ਸਵਰਗਿਤਾ ਉਹਨਾਂ ਨੂੰ ਡਿਪਰੈਸ਼ਨ ਆ ਉੱਥੋਂ ਕੱਢ ਕੇ ਲਿਆਓ, ਤਾਂ ਸਵਰਗਿਤਾ ਜੇ ਕੋਈ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਇਸ ਵੇਲੇ ਇਦਾਂ ਦੀ ਮੁਸੀਬਤ ਆਈ ਹੈ ਜਿੱਥੇ ਉਹਨਾਂ ਨੂੰ ਮਿਰਕਲ ਦੀ ਲੋੜ ਆ, ਸਵਰਗਿਤਾ ਤੁਸੀਂ ਉਹਨਾਂ ਵਾਸਤੇ ਕਰੋ। ਜੇ ਉਹਨਾਂ ਨੂੰ ਫਾਈਨੈਂਸ ਦੀ ਮਿਰਕਲ ਦੀ ਲੋੜ ਆ, ਉਹ ਵੀ ਸਵਰਗਿਤਾ ਤੁਸੀਂ ਹੱਕ ਰੱਖਦੇ ਹੋ ਕਰਨ ਦਾ। ਸਵਰਗਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ ਆਮੇਨ। ਪ੍ਰਾਈਜ਼ ਦ ਲਾਰਡ। ਆਪਾਂ ਬਹੁਤ ਫੇਰ ਪ੍ਰਭੂ ਦਾ ਵਚਨ ਨੂੰ ਸੁਣਿਆ ਕਿ ਯਿਸੂ ਮਸੀਹ ਕਾਹਦੇ ਵਾਸਤੇ ਆਏ ਸੀ। ਸਾਡਾ ਜਿਹੜਾ ਅਥਾਰਟੀ ਸੀਗੀ ਉਹ ਸ਼ੈਤਾਨ ਨੇ ਚੋਰੀ ਕਰ ਲਈ ਸੀ ਕਿ ਸਾਡਾ ਸਦਾ ਦਾ ਜੀਵਨ, ਰਾਜ ਕਰਨ ਵਾਲਾ ਜੀਵਨ, ਤੇ ਯਿਸੂ ਮਸੀਹ ਨੇ ਮੁੜ ਕੇ ਜਿੱਤ ਕੇ ਸਾਨੂੰ ਉਹ ਦੇ ਦਿੱਤਾ ਹੈ। ਆਮੇਨ ਆਮੇਨ। ਸੋ ਆਪਾਂ ਹੁਣ ਫੇਰ ਸੰਡੇ ਨੂੰ ਮਿਲਦੇ ਹਾਂ 3:30 ਵਜੇ ਤੇ ਫਰਾਈਡੇ ਨੂੰ 3:30 ਵਜੇ, ਪਰ ਇੱਕੋ ਹੀ ਸ਼ਰਤ ਹੁੰਦੀ ਹੈ, ਜੇ ਯਿਸੂ ਮਸੀਹ ਨਾ ਆਏ ਤਾਂ। ਆਮੇਨ ਆਮੇਨ। ਤੇ ਉਦੋਂ ਤੱਕ ਲਈ ਤੁਸੀਂ ਬਲੈਸ ਹੋਵੋ ਤੇ ਅਸੀਂ ਵੀ ਬਲੈਸ ਹੋਈਏ ਤੇ ਦੂਜਿਆਂ ਨੂੰ ਵੀ ਬਲੈਸ ਕਰਨਾ ਹੈ। ਪ੍ਰਾਈਜ਼ ਦ ਲਾਰਡ। ਗॉड bless you. Bless you. Amen. Bless you. Amen.